ਵਿਸ਼ਾਲ ਅਧਿਐਨ ਸੰਸਾਰ ਦਾ ਸਭ ਤੋਂ ਮਹਿੰਗਾ ਪ੍ਰਸਿੱਧ ਅਤੇ ਚਰਚਿਤ ਚਿੱਤਰ ਲਿਓਨਾਰਦੋ ਦਾ ਵਿੰਚੀ ਦਾ ਮੋਨਾਲਿਜ਼ਾ ਦਾ ਚਿੱਤਰ ਹੈ, ਜਿਹੜਾ ਫਰਾਂਸ ਦੇ ਵਿਸ਼ਵ ਪ੍ਰਸਿੱਧ ਕਲਾ ਮਿਊਜ਼ੀਅਮ ਲੂਵਰੇ ਵਿੱਚ ਵੇਖਿਆ ਜਾ ਸਕਦਾ ਹੈ। ਮੋਨਾਲਿਜ਼ਾ ਦਾ ਚਿੱਤਰ ਬਣਾਉਣ ਲਈ ਲਿਓਨਾਰਦੋ ਨੇ ਸਰੀਰ ਦੇ ਚਿਹਰੇ ਅਤੇ ਸ਼ਖਸੀਅਤ ਦੇ ਸੰਬੰਧ ਜਾਣਨ ਲਈ 30 ਮ੍ਰਿਤਕ ਸਰੀਰਾਂ ਦੀ ਚੀਰ-ਫਾੜ ਕੀਤੀ ਸੀ। ਉਹ ਬੁੱਲ੍ਹ ਚਿੱਤਰਨ ਵਿੱਚ ਮਾਹਿਰ ਸੀ। ਉਸਨੇ ਮੋਨਾਲਿਜ਼ਾ ਦੇ ਚਿਹਰੇ ਉੱਤੇ ਬਹੁਤ ਹੀ ਸੂਖਮ ਮੁਸਕਰਾਹਟ ਉਪਜਾਈ ਹੈ, ਜਿਸ 'ਤੇ ਸੈਂਕੜੇ ਪੁਸਤਕਾਂ ਲਿਖੀਆਂ ਗਈਆਂ ਹਨ। ਲਿਓਨਾਰਦੋ ਦੀ ਚਿੱਤਰਕਲਾ 'ਤੇ 10,000 ਤੋਂ ਵਧੇਰੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬੁੱਲ੍ਹਾਂ ਵਾਂਗ ਉਹ ਅੱਖਾਂ ਚਿੱਤਰਨ ਦਾ ਵੀ ਮਾਹਿਰ ਸੀ। ਬਦਲਦੀ, ਘਟਦੀ, ਵੱਧਦੀ ਰੌਸ਼ਨੀ, ਸਵੇਰ, ਦੁਪਹਿਰ, ਸ਼ਾਮ ਦੀ ਰੌਸ਼ਨੀ, ਮੋਮਬੱਤੀ ਦੀ ਰੌਸ਼ਨੀ, ਚੰਨ ਦੀ ਰੌਸ਼ਨੀ ਵਿੱਚ ਚਿੱਤਰ ਦਾ ਪ੍ਰਭਾਵ ਬਦਲਦਾ ਹੈ। ਲਿਓਨਾਰਦੋ ਨੇ ਇਹਨਾਂ ਰੌਸ਼ਨੀਆਂ ਦਾ ਵਿਸ਼ਾਲ ਅਧਿਐਨ ਕੀਤਾ। ਉਹ ਚਿਹਰੇ ਦੀ ਅੰਦਰਲੀ ਰੌਸ਼ਨੀ ਜਾਂ ਕਰੂਪਤਾ ਜਾਂ ਸੁੰਦਰਤਾ ਨੂੰ ਚਿੱਤਰਦਾ ਸੀ। ਉਸ ਦੀ ਕਲਾ ਦੇ ਵੇਰਵੇ ਵਿਸ਼ਵ ਦੇ ਕਲਾ ਕੇਂਦਰਾਂ ਵਿੱਚ ਡੂੰਘੇ ਅਤੇ ਵਿਸ਼ਾਲ ਅਧਿਐਨ ਦਾ ਵਿਸ਼ਾ ਹਨ। ਧੰਨਵਾਦ। ਅਸਲ ਸ਼ੀਸ਼ੇ ਵਿੱਚ ਵੇਖੋਗੇ, ਦਿਸਣ ਵਾਲਾ ਆਪਾ ਅਜਨਬੀ ਲੱਗੇਗਾ। ਅਸੀਂ ਸਮਝਦੇ ਹਾਂ ਕਿ ਸ਼ੀਸ਼ੇ ਵਿੱਚੋਂ ਅਸੀਂ ਆਪਣੀ ਸੂਰਤ ਅਤੇ ਰੂਪ ਨੂੰ ਨਿਰਪੱਖ ਹੋ ਕੇ ਵੇਖ ਸਕਦੇ ਹਾਂ, ਪਰ ਆਪਣੇ ਆਪ ਲਈ ਨਿਰਪੱਖ ਹੋਣਾ ਕਿਸੇ ਲਈ ਸੰਭਵ ਨਹੀਂ ਹੁੰਦਾ। ਸ਼ੀਸ਼ੇ ਵਿੱਚੋਂ ਅਸੀਂ ਆਪਣਾ ਆਦਰਸ਼ ਰੂਪ ਲੱਭਦੇ ਹਾਂ, ਸੋ ਜੋ ਦਿਸਦਾ ਹੈ ਉਸ ਨੂੰ ਪ੍ਰਵਾਨ ਕਰਨ ਦੀ ਥਾਂ ਆਪਣੇ ਆਦਰਸ਼ ਰੂਪ ਦੀ ਕਲਪਨਾ ਕਰਦੇ ਹਾਂ ਜਾਂ ਹਿਲ ਜੁਲ ਕੇ ਉਵੇਂ ਬਣ ਕੇ ਵੇਖਦੇ ਹਾਂ ਜਿਵੇਂ ਵੇਖਣਾ ਚਾਹੁੰਦੇ ਹਾਂ। ਵਿਆਹ ਲਈ ਵਿਚਾਰੇ ਜਾਣ ਵਾਸਤੇ ਲੜਕਾ ਲੜਕੀ ਦੋਵੇਂ ਇੱਕ ਦੂਜੇ ਨੂੰ ਉਹ ਫੋਟੋ ਭੇਜਦੇ ਹਨ ਜਿਸ ਵਿੱਚ ਉਹ ਅਸਲੀਅਤ ਨਾਲੋਂ ਚੰਗੇਰੇ ਵਿਖਾਈ ਦਿੰਦੇ ਹੋਣ। ਸ਼ੀਸ਼ੇ ਵਿੱਚ ਵੇਖਦਿਆਂ ਅਸੀਂ ਆਪਣੇ ਨੁਕਸ ਨਹੀਂ ਵੇਖਦੇ। ਜੇ ਨੁਕਸ ਦਿਸਦੇ ਹੋਣ ਤਾਂ ਅਸੀਂ ਸ਼ੀਸ਼ੇ ਤੋਂ ਫਾਸਲਾ ਕਰ ਲੈਂਦੇ ਹਾਂ, ਜਿਸ ਨਾਲ ਨੁਕਸ ਫੋਟੋ ਛੋਟੇ ਜਾਂ ਧੁੰਦਲੇ ਜਾਂ ਦੂਰ ਹੋ ਜਾਂਦੇ ਹਨ ਅਤੇ ਦਿਸਦੇ ਨਹੀਂ। ਅਸੀਂ ਉਸ ਫੋਟੋਗ੍ਰਾਫਰ ਦੀ ਫੋਟੋ ਨੂੰ ਪਸੰਦ ਕਰਦੇ ਹਾਂ ਜਿਸ ਨੇ ਸਾਡੀ ਅਸਲ ਸ਼ਕਲ ਨਾਲੋਂ ਸੋਹਣੀ ਫੋਟੋ ਖਿੱਚੀ ਹੋਵੇ। ਹਾਰ ਸ਼ਿੰਗਾਰ ਵੀ ਅਸਲ ਨਾਲੋਂ ਸੋਹਣੇ ਦਿਸਣ ਲਈ ਹੀ ਕੀਤਾ ਜਾਂਦਾ ਹੈ। ਧੰਨਵਾਦ। ਮੂਰਤੀਆਂ। ਈਸਾਈ ਜਗਤ ਵਿੱਚ ਮੂਰਤੀ ਕਲਾ ਦਾ ਬੜਾ ਮਹੱਤਵ ਹੈ। ਸੰਸਾਰ ਵਿੱਚ ਸਭ ਤੋਂ ਵਧੇਰੇ ਮੂਰਤੀਆਂ ਈਸਾ ਅਤੇ ਬੁੱਧ ਦੀਆਂ ਹਨ। ਈਸਾਈ ਜਗਤ ਦੀ ਮੂਰਤੀ ਕਲਾ ਬੜੀ ਸੂਖਮ ਹੈ। ਗਿਰਜਿਆਂ ਵਿੱਚ ਇਸਤਰੀਆਂ ਦੇ ਚਿਹਰਿਆਂ ਨੂੰ ਸ਼ਰਧਾਲੂ ਪੁਰਸ਼ ਪਿਆਰ ਕਰਨ ਲੱਗ ਪੈਂਦੇ ਹਨ। ਸ਼ਰਧਾਲੂ ਇਸਤਰੀਆਂ ਈਸਾ ਦੀਆਂ ਮੂਰਤੀਆਂ ਨੂੰ ਚੁੰਮਣ ਅਤੇ ਪਲੋਸਣ ਲੱਗ ਪੈਂਦੀਆਂ ਹਨ। ਹੋਰ ਤਾਂ ਹੋਰ, ਇਹਨਾਂ ਮੂਰਤੀਆਂ ਦੀ ਰੱਖਿਆ ਕਰਨ ਵਾਲਾ ਅਮਲਾ ਵੀ ਇਹਨਾਂ ਨੂੰ ਚੁੰਮਦਾ ਹੈ। ਕਾਰਨ ਇਹ ਹੈ ਕਿ ਇਹ ਮੂਰਤੀਆਂ ਇੰਨੀਆਂ ਸਜੀਵ ਹੁੰਦੀਆਂ ਹਨ ਕਿ ਵੇਖਣ ਵਾਲੇ ਭੁੱਲ ਜਾਂਦੇ ਹਨ ਕਿ ਮੂਰਤੀਆਂ ਹਨ। ਰੋਮ ਅਤੇ ਪੈਰਿਸ ਵਿਸ਼ਵ ਵਿੱਚ ਮੂਰਤੀ ਕਲਾ ਦੇ ਕੇਂਦਰ ਹਨ, ਜਿੱਥੇ ਇਹਨਾਂ ਸ਼ਹਿਰਾਂ ਦੇ ਹਰ ਚੌਂਕ ਵਿੱਚ ਮੂਰਤੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਨਾਲ ਟੁਰਨ ਲੱਗ ਪੈਣਗੀਆਂ। ਦਰਸ਼ਕ ਇਹਨਾਂ ਮੂਰਤੀਆਂ ਦੇ ਸਰੀਰਕ ਅੰਗਾਂ ਦੇ ਪ੍ਰਭਾਵ ਥੱਲੇ ਆ ਜਾਂਦੇ ਹਨ ਅਤੇ ਇਹਨਾਂ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਧੰਨਵਾਦ। ਕਲਾਕਾਰ ਦਾ ਜੀਵਨ। ਕਲਾਕਾਰਾਂ ਕੋਲ ਪਿਆਰ ਕਰਨ ਦੀ ਹੀ ਅਮੀਰੀ ਹੁੰਦੀ ਹੈ। ਪੈਸੇ ਦੇ ਪੱਖੋਂ ਇਹ ਗਰੀਬ ਅਤੇ ਕੰਗਾਲ ਹੁੰਦੇ ਹਨ। ਇਹਨਾਂ ਕੋਲ ਸਭ ਕੁਝ ਹੁੰਦਾ ਪਰ ਪੈਸੇ ਨਹੀਂ ਹੁੰਦੇ। ਇੱਕ ਵਾਰੀ ਇੱਕ ਕਲਾਕਾਰ ਬੈਂਕ ਦੇ ਮੈਨੇਜਰ ਤੋਂ 200 ਰੁਪਏ ਦਾ ਕਰਜ਼ਾ ਮੰਗ ਰਿਹਾ ਸੀ ਤਾਂ ਕਿ ਉਹ ਆਪਣੀ ਪ੍ਰੇਮਿਕਾ ਨੂੰ ਹੋਟਲ ਵਿੱਚ ਖਾਣਾ ਖੁਆ ਸਕੇ। ਕਿਉਂਕਿ ਬੈਂਕ ਵਿਚਲੇ ਆਪਣੇ ਖਾਤੇ ਵਿੱਚ ਉਹਨੇ ਕਦੇ ਪੈਸੇ ਜਮ੍ਹਾਂ ਨਹੀਂ ਸੀ ਕਰਵਾਏ, ਸੋ ਮੈਨੇਜਰ ਨੇ ਕਰਜ਼ਾ ਨਾ ਦਿੱਤਾ। ਸੰਯੋਗਵਸ ਉਸ ਵੇਲੇ ਮੈਂ ਬੈਂਕ ਵਿੱਚੋਂ ਪੈਸੇ ਕਢਵਾ ਰਿਹਾ ਸਾਂ। ਮੈਨੂੰ ਆਪਣੇ ਦਿਨ ਯਾਦ ਆਏ ਜਦੋਂ ਪੈਸੇ ਨਾ ਹੋਣ ਕਰਕੇ ਮੈਂ ਆਪਣੀ ਪ੍ਰੇਮਿਕਾ ਨੂੰ ਗੁਰਦੁਆਰੇ ਦੇ ਲੰਗਰ 'ਚ ਲੈ ਗਿਆ ਸਾਂ। ਮੈਂ ਆਪਣੇ ਵੱਲੋਂ ਉਹਨੂੰ 200 ਰੁਪਏ ਦਾ ਉਧਾਰ ਦੇਣ ਦੀ ਪੇਸ਼ਕਸ਼ ਕੀਤੀ। ਉਸਦੇ ਚਿਹਰੇ 'ਤੇ ਮੁਸਕਰਾਹਟ ਦੀ ਰੌਣਕ ਹੋਈ। ਉਹਨੇ ਕਿਹਾ, ਜੇ ਮਿਹਰਬਾਨ ਹੋਇਓ ਤਾਂ 500 ਦੇ ਦਿਓ, ਜਲਦੀ ਮੋੜ ਦੇਵਾਂਗਾ।
ਕੁਝ ਘੰਟੇ ਮਗਰੋਂ ਵੇਖਿਆ ਉਹ ਆਪਣੀ ਪ੍ਰੇਮਿਕਾ ਨਾਲ ਜਾ ਰਿਹਾ ਸੀ। ਉਸਦੀ ਟੋਰ ਬਾਦਸ਼ਾਹੀ ਸੀ। ਉਹਦੇ ਚਿਹਰੇ 'ਤੇ ਰੌਸ਼ਨੀ ਨਹੀਂ, ਨੂਰ ਸੀ। ਮੈਂ ਉਹਦੇ ਨੇੜਿਓਂ ਲੰਘਿਆ ਪਰ ਉਹਨੂੰ ਦਿਸਿਆ ਨਹੀਂ। ਉਹ ਜਦੋਂ ਵੀ ਮਿਲਦਾ ਬੜੀ ਨਿਮਰਤਾ ਨਾਲ ਕਹਿੰਦਾ, ਮੈਂ ਆਪ ਦੀ ਮਿਹਰਬਾਨੀ ਕਿਵੇਂ ਭੁਲਾ ਸਕਦਾ। ਆਪ ਜੀ ਦਾ ਕਰਜ਼ਦਾਰ ਹਾਂ, ਜਲਦੀ ਉਤਾਰਾਂਗਾ। ਮੈਨੂੰ ਨਾ ਪੈਸੇ ਮੁੜਨ ਦੀ ਆਸ ਸੀ, ਨਾ ਮੇਰੀ ਲੈਣ ਦੀ ਮਰਜ਼ੀ ਸੀ, ਕਿਉਂਕਿ ਪੈਸੇ ਤਾਂ ਲੱਖਾਂ ਕਮਾਏ, ਲੱਖਾਂ ਖਰਚੇ, ਪਰ ਸਹੀ ਢੰਗ ਨਾਲ ਉਹ 500 ਹੀ ਖਰਚੇ ਗਏ ਸਨ। ਧੰਨਵਾਦ। ਲਖਨਵੀ ਤਹਿਜ਼ੀਬ। ਇੱਕ ਨਵਾਬ ਸਾਹਿਬ ਲਖਨਊ ਤੋਂ ਆਪਣੇ ਸ਼ਹਿਜ਼ਾਦੇ ਦੀ ਬਰਾਤ ਹੈਦਰਾਬਾਦ ਲੈ ਕੇ ਗਏ। ਉੱਥੇ ਉਹਨਾਂ ਨੂੰ ਦੋਵੇਂ ਦਿਨ ਅੰਡਿਆਂ ਵਾਲੇ ਪਕਵਾਨ ਹੀ ਪਰੋਸੇ ਗਏ। ਆਖਰ ਨਵਾਬ ਸਾਹਿਬ ਦੇ ਸਬਰ ਦਾ ਬੰਨ੍ਹ ਜਦੋਂ ਟੁੱਟ ਗਿਆ ਤਾਂ ਉਹਨਾਂ ਨੇ ਆਪਣੇ ਕੁੜਮ ਨੂੰ ਕਿਹਾ, ਭਾਈ ਜਾਨ, ਇਹ ਅੰਡੇ ਤਾਂ ਚਲੋ ਆਪਣੀ ਜਗ੍ਹਾ ਠੀਕ ਨੇ, ਪਰ ਇਹਨਾਂ ਦੇ ਵਾਲਿਦ ਕਿੱਥੇ ਨੇ? ਜ਼ਰਾ ਉਹਨਾਂ ਨਾਲ ਵੀ ਮੁਲਾਕਾਤ ਕਰਵਾਓ। ਇਸ ਨੂੰ ਕਹਿੰਦੇ ਹਨ ਲਖਨਵੀ ਤਹਿਜ਼ੀਬ। ਧੰਨਵਾਦ। ਚਿੰਤਕ। ਧਰਮ ਤੇ ਵਿਗਿਆਨ ਨੂੰ ਇੱਕ ਦੂਜੇ ਦੇ ਵਿਰੋਧੀ ਸਮਝਿਆ ਜਾਂਦਾ ਹੈ, ਪਰ ਇਹ ਵਿਰੋਧ ਹੋਣਾ ਨਹੀਂ ਚਾਹੀਦਾ। 19ਵੀਂ ਸਦੀ ਦੌਰਾਨ ਉਦਯੋਗਪਤੀਆਂ ਤੇ ਸਮਾਚਾਰ ਪੱਤਰਾਂ ਵਿਚਕਾਰ ਵਿਰੋਧ ਸੀ। ਉਸ ਵੇਲੇ ਦੇ ਸਮਾਚਾਰ ਪੱਤਰਾਂ ਵਿੱਚ ਉਦਯੋਗਪਤੀਆਂ ਨੂੰ ਲੁਟੇਰੇ ਕਿਹਾ ਜਾਂਦਾ ਸੀ। ਇੱਕ ਅਨੁਭਵੀ ਵਿਅਕਤੀ ਉਗਿਲਵੀ ਨੇ ਅਮਰੀਕਾ ਵਿੱਚ ਇਹਨਾਂ ਵਿਚਲੀ ਆਪਸੀ ਵਿਰੋਧਤਾ ਨੂੰ ਦੂਰ ਕਰਕੇ ਇਹਨਾਂ ਵਿੱਚ ਸਹਿਯੋਗੀ ਸਥਿਤੀ ਸਥਾਪਿਤ ਕੀਤੀ। ਉਦਯੋਗਪਤੀਆਂ ਦੇ ਵਿਗਿਆਪਨਾਂ ਨਾਲ ਸਮਾਚਾਰ ਪੱਤਰਾਂ ਦੀ ਮਾਇਕ ਸਥਿਤੀ ਸੁਧਰੀ ਅਤੇ ਦਿੱਖ ਚੰਗੇਰੀ ਹੋਈ। ਦੂਜੇ ਪਾਸੇ ਸਮਾਚਾਰ ਪੱਤਰਾਂ ਵਿੱਚ ਵਿਗਿਆਪਨਾਂ ਕਾਰਨ ਵਪਾਰ ਵਧਿਆ, ਆਮਦਨ ਵਧੀ, ਰੋਜ਼ਗਾਰ ਵਧੇ, ਹਰ ਕਿਸੇ ਨੂੰ ਲਾਭ ਹੋਇਆ। ਅਜੋਕੇ ਸੰਸਾਰ ਨੂੰ ਅਜਿਹੇ ਚਿੰਤਕਾਂ ਦੀ ਲੋੜ ਹੈ ਜਿਹੜਾ ਧਰਮ ਤੇ ਵਿਗਿਆਨ ਦੀ ਇੱਕ ਦੂਜੇ ਵੱਲ ਕੀਤੀ ਪਿੱਠ ਨੂੰ ਮੋੜ ਕੇ ਇੱਕ ਦੂਜੇ ਦੇ ਸਨਮੁਖ ਕਰ ਦੇਵੇ, ਜਿਸ ਨਾਲ ਧਰਮ ਵਿਗਿਆਨਕ ਹੋ ਜਾਏ ਤੇ ਵਿਗਿਆਨ ਧਾਰਮਿਕ ਹੋ ਜਾਏ। ਧੰਨਵਾਦ। ਕੀਮਤਾਂ। ਹੁਣ ਜਦੋਂ ਕੋਈ ਕੰਪਨੀ ਨਵੀਂ ਵਸਤ ਬਾਜ਼ਾਰ ਵਿੱਚ ਲੈ ਕੇ ਆਉਂਦੀ ਹੈ ਤਾਂ ਉਸ ਦੀ ਕੀਮਤ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਮਾਹਿਰਾਂ ਨੂੰ ਸੌਂਪੀ ਜਾਂਦੀ ਹੈ। ਵਸਤਾਂ ਦੀਆਂ ਕੀਮਤਾਂ ਇਸ ਆਧਾਰ 'ਤੇ ਰੱਖੀਆਂ ਜਾਂਦੀਆਂ ਹਨ ਕਿ ਉਹਨਾਂ ਨੂੰ ਖਰੀਦਣਾ ਵਰਤਣਾ ਕਿਹਨਾਂ ਨੇ ਹੈ। ਜਿਵੇਂ ਚਾਕਲੇਟ, ਕੌਫੀ, ਕੈਮਰਿਆਂ ਆਦਿ ਦੀਆਂ ਕੀਮਤਾਂ ਇਸ ਲਈ ਅਧਿਕ ਅਤੇ ਬਹੁਤ ਅਧਿਕ ਹੁੰਦੀਆਂ ਹਨ ਕਿਉਂਕਿ ਇਹਨਾਂ ਨੂੰ ਸਰਦੇ ਪੁੱਜਦੇ ਪਰਿਵਾਰ ਹੀ ਖਰੀਦਦੇ ਹਨ ਅਤੇ ਕੀਮਤਾਂ ਅਦਾ ਕਰਕੇ ਉਹਨਾਂ ਨੂੰ ਆਮ ਸਧਾਰਨ ਲੋਕਾਂ ਨਾਲੋਂ ਵੱਖਰੇ, ਉੱਚੇ, ਨਿਆਰੇ ਅਤੇ ਮਹੱਤਵਪੂਰਨ ਹੋਣ ਦੀ ਤਸੱਲੀ ਮਿਲਦੀ ਹੈ। ਵੱਡੀਆਂ ਕੰਪਨੀਆਂ ਵਸਤਾਂ ਹੀ ਨਹੀਂ ਵੇਚਦੀਆਂ, ਇਹ ਆਪਣੇ ਗਾਹਕਾਂ ਦੀ ਹਉਮੈ ਦੀ ਮਾਲਿਸ਼ ਵੀ ਕਰਦੀਆਂ ਹਨ। ਧੰਨਵਾਦ। ਮਿਹਨਤ। ਬੱਚਤ ਕਰਕੇ ਖਰੀਦੀਆਂ ਚੀਜ਼ਾਂ ਦਾ ਮਾਣ ਹੁੰਦਾ ਹੈ। ਕਈ ਸਾਲ ਬੱਚਤ ਕਰਕੇ ਪਾਏ ਮਕਾਨ ਜਾਂ ਖਰੀਦੀ ਕਾਰ ਦੀ ਨਾ ਕੇਵਲ ਤਸੱਲੀ ਵਧੇਰੇ ਹੁੰਦੀ ਹੈ, ਇੱਦਾਂ ਕਰਨ ਨਾਲ ਸਵੈ ਵਿਸ਼ਵਾਸ ਵੀ ਉਸਰਦਾ ਹੈ ਅਤੇ ਜੀਵਨ ਪੱਧਰ ਵੀ ਸੁਧਰਦਾ ਹੈ। ਕਰਜ਼ਾ ਲੈ ਕੇ ਖਰੀਦੀਆਂ ਚੀਜ਼ਾਂ ਦਾ ਮਾਣ ਨਹੀਂ ਹੁੰਦਾ, ਬੋਝ ਹੁੰਦਾ ਹੈ। ਕਿਸ਼ਤਾਂ ਦੀ ਅਦਾਇਗੀ ਔਖ ਨਾਲ ਹੀ ਕੀਤੀ ਜਾਂਦੀ ਹੈ। ਇਹ ਕਦੇ ਵੀ ਪ੍ਰਸੰਨਤਾ ਵਾਲਾ ਅਨੁਭਵ ਨਹੀਂ ਹੁੰਦਾ। ਕਿਸ਼ਤ ਦੀ ਤਾਰੀਖ ਨੇੜੇ ਆਉਣ ਨਾਲ ਬੁਖਾਰ ਚੜ੍ਹਨ ਲੱਗ ਪੈਂਦਾ ਹੈ। ਜਿਸ ਨੂੰ ਪ੍ਰਾਪਤ ਕਰਨ ਵਿੱਚ ਮਿਹਨਤ ਕੀਤੀ ਗਈ ਹੋਵੇ ਉਹ ਚੀਜ਼ ਸਾਡੇ ਅਨੁਭਵ ਵਿੱਚ ਰਚ ਮਿਚ ਜਾਂਦੀ ਹੈ। ਇਹ ਆਪਣੇ ਜਨਮੇ ਬੱਚੇ ਵਾਂਗ ਹੁੰਦੀ ਹੈ, ਜਦੋਂ ਕਿ ਕਰਜ਼ੇ ਨਾਲ ਲਈ ਚੀਜ਼ ਗੋਦ ਲਈ ਗਈ ਔਲਾਦ ਵਰਗੀ ਹੁੰਦੀ ਹੈ। ਕਰਜ਼ੇ ਅਤੇ ਕਬਜ਼ੇ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ। ਧੰਨਵਾਦ। ਦੌਲਤਮੰਦ ਵਰਗ। ਸਮਾਜ ਦਾ ਦੌਲਤਮੰਦ ਵਰਗ ਮਹਿੰਗੀਆਂ ਚੀਜ਼ਾਂ ਖਰੀਦਦਾ ਹੈ। ਜੇ ਹੀਰੇ ਸਸਤੇ ਹੋਣ ਤਾਂ ਇਹ ਵਿਕਦੇ ਹੀ ਨਹੀਂ। ਜੇ ਸ਼ਿੰਗਾਰ ਦਾ ਸਮਾਨ ਮਹਿੰਗਾ ਨਾ ਹੋਵੇ ਤਾਂ ਅਮੀਰ ਔਰਤਾਂ ਇਹ ਖਰੀਦਦੀਆਂ ਹੀ ਨਹੀਂ। ਲੋਕਾਂ ਵਿੱਚ ਕਿਸੇ ਚੀਜ਼ ਲਈ ਤਾਂਘ ਉਪਜਾਉਣ ਲਈ ਉਸ ਚੀਜ਼ ਦੀ ਕੀਮਤ ਬਹੁਤ ਉੱਚੀ ਰੱਖ ਦਿੱਤੀ ਜਾਂਦੀ ਹੈ।
ਘੜੀਆਂ, ਸ਼ਰਾਬਾਂ, ਕੈਮਰੇ, ਕਾਰਾਂ ਉਹ ਪ੍ਰਸਿੱਧ ਹੁੰਦੀਆਂ ਹਨ ਜਿਹੜੀਆਂ ਮਹਿੰਗੀਆਂ ਹੋਣ। ਤਾਂਘ ਉਸ ਚੀਜ਼ ਲਈ ਹੁੰਦੀ ਹੈ ਜਿਹੜੀ ਪਹੁੰਚ ਤੋਂ ਬਾਹਰ ਹੋਵੇ ਅਤੇ ਜਿਸ ਨੂੰ ਹਰ ਕੋਈ ਖਰੀਦ ਨਾ ਸਕੇ। ਜੇ ਤੁਸੀਂ ਚੀਜ਼ਾਂ ਦੀਆਂ ਕੀਮਤਾਂ ਦੇ ਇਸ ਪੱਖ ਨੂੰ ਸਮਝ ਜਾਓ ਤਾਂ ਤੁਹਾਨੂੰ ਬਹੁਤ ਮਹਿੰਗੀਆਂ ਚੀਜ਼ਾਂ ਨਾ ਖਰੀਦ ਸਕਣ ਦਾ ਝੋਰਾ ਨਹੀਂ ਹੋਏਗਾ। ਧੰਨਵਾਦ। ਭਾਸ਼ਾ ਦਾ ਨਿਰਮਾਣ। ਜਦੋਂ ਮਨੁੱਖ ਨੇ ਅਜੇ ਭਾਸ਼ਾ ਦਾ ਨਿਰਮਾਣ ਨਹੀਂ ਸੀ ਕੀਤਾ, ਉਦੋਂ ਸਾਡੇ ਵਡੇਰਿਆਂ ਨੇ ਆਲੇ ਦੁਆਲੇ ਨੂੰ ਵੇਖਣ, ਭਾਂਪਣ, ਪਸ਼ੂਆਂ ਦੇ ਇੱਜੜ ਦੀ ਸ਼ਕਤੀ ਦਾ ਅਨੁਮਾਨ ਲਾਉਣ, ਆਪਣੀ ਸ਼ਕਤੀ ਤੋਲਣ, ਅੱਗੇ ਵਧਣ, ਪਿੱਛੇ ਹਟਣ ਅਤੇ ਤਾਲਮੇਲ ਉਸਾਰਨ ਨਾਲ ਹੀ ਜਿਉਂਦੇ ਰਹਿਣ ਦੀ ਜਦੋਜਹਿਦ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਭਾਸ਼ਾ ਦੇ ਨਿਰਮਾਣ ਨਾਲ ਸੋਚਣਾ ਅਤੇ ਸੰਚਾਰ ਕਰਨਾ ਸੌਖਾ ਹੋ ਗਿਆ। ਉਹਨਾਂ ਨੂੰ ਵਧੇਰੇ ਸੰਭਾਵਨਾਵਾਂ ਦਾ ਪਤਾ ਲਾਉਣ ਦੀ ਜਾਚ ਆਈ, ਜਿਸ ਨਾਲ ਦਿਮਾਗ ਲਚਕਦਾਰ ਸੰਦ ਬਣ ਗਿਆ। ਭਾਸ਼ਾ ਨੇ ਬੁੱਧੀ ਦਾ ਅਤੇ ਬੁੱਧੀ ਨੇ ਭਾਸ਼ਾ ਦਾ ਵਿਕਾਸ ਕੀਤਾ, ਜਿਸ ਨਾਲ ਸਮਾਜ ਦੇ ਉਸਰਨ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ। ਲਿਪੀ ਦੇ ਨਿਰਮਾਣ ਨਾਲ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਨਿਜਾਤ ਮਿਲੀ। ਲਿਪੀ ਦੇ ਵਿਕਾਸ ਨਾਲ ਇਤਿਹਾਸ ਲਿਖਣ ਦੀ ਸੰਭਾਵਨਾ ਉਪਜੀ। ਮਨੁੱਖ ਕੋਲ ਲਿਖਤੀ ਇਤਿਹਾਸ ਲਗਭਗ 100 ਸਦੀਆਂ ਦਾ ਹੀ ਹੈ। ਉਸ ਤੋਂ ਪਹਿਲੇ ਦੇ ਇਤਿਹਾਸ ਸੰਬੰਧੀ ਮਨੁੱਖ ਕੋਲ ਕੇਵਲ ਅਨੁਮਾਨ ਹੀ ਹਨ। ਧੰਨਵਾਦ। ਤਿਆਰੀ। ਜਿੰਨੀ ਲੰਮੀ ਤਿਆਰੀ ਹੁੰਦੀ ਹੈ ਉਨੀ ਪੱਕੀ ਮਾਨਤਾ ਮਿਲਦੀ ਹੈ। ਸੰਗੀਤਕਾਰ ਕੋਲਟ੍ਰੇਨ ਨੇ ਸੰਗੀਤ ਦੀ 10 ਸਾਲ ਸਿਖਲਾਈ ਲਈ ਅਤੇ ਹੋਰ 10 ਸਾਲ ਰੋਜ਼ 12 ਘੰਟੇ ਆਪ ਅਭਿਆਸ ਕੀਤਾ, ਜਿਸ ਦੇ ਨਤੀਜੇ ਵਜੋਂ ਉਹ ਜਲਦੀ ਹੀ ਸੰਗੀਤ ਦੀ ਦੁਨੀਆ 'ਤੇ ਛਾ ਗਿਆ ਅਤੇ ਉਚੇਰੇ ਮੰਡਲਾਂ ਵਿੱਚ ਵਿਚਰਨ ਲੱਗਿਆ। ਲੰਮੀ ਤਿਆਰੀ ਦੌਰਾਨ ਜਦੋਂ ਉਸਦੇ ਅੰਦਰੋਂ ਸਵੈ ਵਿਸ਼ਵਾਸ ਦਾ ਹੁੰਗਾਰਾ ਮਿਲਿਆ, ਉਦੋਂ ਉਸਨੇ ਸੰਗੀਤ ਉੱਤੇ ਆਪਣੀ ਛਾਪ ਲਾਈ। ਧੰਨਵਾਦ। ਮੁਹੰਮਦ ਅਲੀ। ਜਿਹੜਾ ਵੀ ਵਿਸ਼ਵ ਪੱਧਰ ਦਾ ਕੁਝ ਕਰੇਗਾ, ਉਸ ਕੋਲ ਆਪਣੇ ਅਨੁਭਵ ਉੱਤੇ ਆਧਾਰਿਤ ਵਿਚਾਰ ਵੀ ਹੋਣਗੇ। ਸੰਸਾਰ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਦੇ ਵਿਚਾਰਾਂ ਨੂੰ ਸੰਸਾਰ ਭਰ ਦੇ ਮੁੱਕੇਬਾਜ਼ ਬਾਈਬਲ ਵਾਂਗ ਪੜ੍ਹਦੇ ਹਨ। ਮੁਹੰਮਦ ਅਲੀ 1960 ਵਿੱਚ ਰੋਮ ਵਿਖੇ ਓਲੰਪਿਕਸ ਵਿੱਚ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤ ਕੇ ਜਦੋਂ ਵਾਪਸ ਅਮਰੀਕਾ ਆਇਆ ਤਾਂ ਗੋਰਿਆਂ ਦੇ ਹੋਟਲ ਵਿੱਚ ਖਾਣਾ ਖਾਣ ਲਈ ਜਦੋਂ ਉਹਨੂੰ ਵੜਨ ਨਾ ਦਿੱਤਾ ਗਿਆ ਤਾਂ ਉਹਨੇ ਆਪਣਾ ਮੈਡਲ ਨੇੜੇ ਵਗਦੇ ਓਹਾਈਓ ਦਰਿਆ ਵਿੱਚ ਵਗਾ ਮਾਰਿਆ ਸੀ। ਧੰਨਵਾਦ। ਹੇਰਾ ਫੇਰੀ। ਹੇਰਾ ਫੇਰੀ ਮਨੁੱਖ ਦੇ ਸੁਭਾਅ 'ਚ ਹੈ, ਕਿਉਂਕਿ ਝੂਠ, ਬੇਈਮਾਨੀ, ਧੋਖਾ ਆਦਿ ਸ਼ਿਕਾਰ ਯੁੱਗ ਵਿੱਚ ਮਨੁੱਖ ਦੇ ਜਿਉਂਦੇ ਰਹਿਣ ਲਈ ਵਰਤੇ ਜਾਂਦੇ ਪੈਂਤੜੇ ਸਨ। ਇੱਕ ਵਿਅਕਤੀ ਨੂੰ ਡਕੈਤੀ ਦੇ ਜੁਰਮ ਵਿੱਚ 10 ਸਾਲ ਕੈਦ ਹੋ ਗਈ। ਉਸਨੇ ਪਹਿਲਾਂ ਹੀ ਆਪਣੀ ਥਾਂ ਕੈਦ ਭੁਗਤਣ ਲਈ 10,000 ਰੁਪਏ ਪ੍ਰਤੀ ਮਹੀਨੇ ਦੇ ਠੇਕੇ 'ਤੇ ਇੱਕ ਬੰਦਾ ਤਿਆਰ ਕੀਤਾ ਹੋਇਆ ਸੀ। ਜੇਲ੍ਹ ਜਾਂਦਿਆਂ ਪੁਲਿਸ ਨਾਲ ਮਿਲ ਕੇ ਬੰਦਾ ਬਦਲਿਆ ਗਿਆ। 8 ਮਹੀਨੇ ਮਗਰੋਂ ਡਾਕੂ ਕਿਸੇ ਹੋਰ ਡਾਕੇ 'ਚ ਫੜਿਆ ਗਿਆ ਤਾਂ ਉਹਦੀ ਹੇਰਾਫੇਰੀ ਦਾ ਪਤਾ ਲੱਗਾ। 2 ਦਹਾਕੇ ਪਹਿਲਾਂ ਪੰਜਾਬ ਦੇ ਕਈ ਵਿਦਿਆਰਥੀ ਕਾਨੂੰਨ ਦੀ ਡਿਗਰੀ ਲਈ ਦੇਹਰਾਦੂਨ ਦਾਖਲ ਹੋ ਜਾਂਦੇ ਸਨ ਅਤੇ ਉਹਨਾਂ ਦੀ ਥਾਂ ਕਲਾਸਾਂ ਲਾਉਣ, ਇਮਤਿਹਾਨ ਦੇਣ ਆਦਿ ਲਈ ਠੇਕੇ 'ਤੇ ਕੰਮ ਕਰਨ ਵਾਲੇ ਵਿਦਿਆਰਥੀ ਮਿਲ ਜਾਂਦੇ ਸਨ। ਉਸ ਵੇਲੇ ਦੇ ਬਣੇ ਵਕੀਲ ਹੁਣ ਫੜੇ ਜਾ ਰਹੇ ਹਨ। ਇੱਕ ਵਿਅਕਤੀ ਆਪ ਤੀਰਥ ਯਾਤਰਾ 'ਤੇ ਪਾਕਿਸਤਾਨ ਗਿਆ ਅਤੇ ਬਣਾਈ ਵਿਉਂਤ ਅਨੁਸਾਰ ਭਾੜੇ ਦੇ ਵਿਅਕਤੀਆਂ ਤੋਂ ਆਪਣੇ ਭਾਈਵਾਲ ਦਾ ਕਤਲ ਕਰਵਾ ਦਿੱਤਾ, ਪਰ ਕਾਤਲ ਫੜੇ ਗਏ। ਉਹਨਾਂ ਨੇ ਸਭ ਕੁਝ ਦੱਸ ਦਿੱਤਾ। ਕਤਲ ਕਰਵਾਉਣ ਵਾਲਾ ਤੀਰਥ ਯਾਤਰੀ ਮੁਸਕਰਾਉਂਦਾ ਹੋਇਆ ਵਾਪਸ ਆ ਰਿਹਾ ਸੀ। ਪੁਲਿਸ ਨੇ ਮੁਸਕਰਾਹਟ ਸਮੇਤ ਫੜ ਲਿਆ। ਉਮਰ ਕੈਦ ਹੋਈ। ਇਸ ਉਮਰ ਕੈਦੀ ਨੇ ਜੇਲ੍ਹ ਵਿੱਚ ਇੱਕ ਲੋੜਵੰਦ ਨੂੰ ਨੌਕਰ ਰੱਖ ਲਿਆ, ਜਿਹੜਾ ਉਹਦੇ ਕੱਪੜੇ ਧੋਣ, ਬਿਸਤਰਾ ਵਿਛਾਉਣ, ਮਾਲਿਸ਼ ਕਰਨ ਆਦਿ ਦਾ ਕੰਮ ਕਰਦਾ ਸੀ। ਇੱਕ ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਲਾਲ ਸਿਆਹੀ ਵਾਲਾ ਪੈਨ ਵੀ ਲੈ ਗਿਆ। ਪੇਪਰ ਕਰਨ ਉਪਰੰਤ ਉਹਨੇ ਲਾਲ ਸਿਆਹੀ ਨਾਲ ਆਪ ਹੀ ਨੰਬਰ ਲਾ ਦਿੱਤੇ। ਉਹਦੇ ਹੋਰ ਪੇਪਰਾਂ ਵਿੱਚ ਨੰਬਰ ਘੱਟ ਸਨ। ਚੈਕਿੰਗ ਹੋਈ, ਫੜਿਆ ਗਿਆ।
ਕੌਣ ਕਹਿੰਦਾ ਹੈ ਪੰਜਾਬੀ ਕਾਢਾਂ ਨਹੀਂ ਕੱਢਦੇ? ਧੰਨਵਾਦ। ਪਛਤਾਵਾ। ਤੂੰ ਦੁਖੀ ਹੈ ਕਿ ਜਿੱਥੇ ਤੂੰ ਵਿਆਹ ਕਰਵਾਉਣਾ ਚਾਹੁੰਦੀ ਸੀ ਉੱਥੇ ਨਹੀਂ ਹੋਇਆ। ਮੈਂ ਜਿੱਥੇ ਚਾਹੁੰਦੀ ਸਾਂ ਮੇਰਾ ਵਿਆਹ ਹੋਵੇ ਉੱਥੇ ਹੀ ਹੋਇਆ ਸੀ। ਹੁਣ ਪਛਤਾਉਂਦੀ ਹਾਂ ਕਿ ਮੈਂ ਐਵੇਂ ਕਿਉਂ ਚਾਹਿਆ। ਧੰਨਵਾਦ। ਵਪਾਰੀ। ਪੁਰਾਣੇ ਜ਼ਮਾਨੇ ਵਿੱਚ ਹਿਸਾਬ ਕਿਤਾਬ ਅਤੇ ਲੈਣ ਦੇਣ ਕਰਨ ਵਾਲੇ ਨੂੰ ਜੱਟ ਆਪਣੇ ਤੋਂ ਨੀਵਾਂ ਸਮਝਦੇ ਸਨ ਅਤੇ ਉਸ ਨੂੰ ਵਪਾਰੀ ਕਿਹਾ ਕਰਦੇ ਸਨ। ਇੱਕ ਜੱਟ ਦਾ ਘੋੜਾ ਪ੍ਰਸਿੱਧ ਸੀ। ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਸਨ। ਇੱਕ ਕਿਸਾਨ ਆਪਣੀ ਘੋੜੀ ਲੈ ਆਇਆ ਅਤੇ ਜੱਟ ਨੂੰ ਕਿਹਾ, ਦੌੜ ਕਰਵਾਉਣੀ ਹੈ ਜਾਂ ਘੋੜੀ ਦੇ ਜਾਣੀ ਹੈ ਜਾਂ ਘੋੜਾ ਲੈ ਜਾਣਾ ਹੈ। ਘੋੜੀ ਦੇ ਮਾਲਕਾਂ ਨੇ ਹੱਸਦਿਆਂ ਹੱਸਦਿਆਂ ਦੌੜ ਲਾਈ। ਘੋੜੀ ਹਾਰ ਗਈ। ਕਿਸਾਨ ਨੇ ਵਾਅਦੇ ਅਨੁਸਾਰ ਆਪਣੀ ਘੋੜੀ ਬੰਨ੍ਹ ਦਿੱਤੀ। ਜੱਟ ਨੇ ਕਿਹਾ, ਮੈਂ ਕੋਈ ਵਪਾਰੀ ਹਾਂ? ਭਰਾਵਾ, ਆਪਣੀ ਘੋੜੀ ਲੈ ਜਾ, ਮੈਂ ਵਪਾਰ ਨਹੀਂ ਕਰਦਾ। ਧੰਨਵਾਦ। ਮਿਹਨਤ ਦਾ ਫਲ। ਅਸੀਂ ਮਿਹਨਤ ਨਾਲ ਨਹੀਂ, ਲਕਸ਼ਮੀ ਦੀ ਪੂਜਾ ਕਰਕੇ ਅਮੀਰ ਹੋਣਾ ਚਾਹੁੰਦੇ ਹਾਂ, ਇਸੇ ਲਈ ਗਰੀਬ ਹਾਂ। ਅਸੀਂ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਨਹੀਂ, ਸਰਸਵਤੀ ਦੀ ਆਰਾਧਨਾ ਕਰਕੇ ਗਿਆਨਵਾਨ ਹੋਣਾ ਚਾਹੁੰਦੇ ਹਾਂ, ਇਸੇ ਲਈ ਨੋਬਲ ਪੁਰਸਕਾਰ ਹੋਰ ਲੈ ਜਾਂਦੇ ਹਨ। ਬਿਲ ਗੇਟਸ ਨੇ ਲਕਸ਼ਮੀ ਦੀ ਪੂਜਾ ਨਹੀਂ ਕੀਤੀ, ਫਿਰ ਵੀ ਉਹ ਸੰਸਾਰ ਦਾ ਸਭ ਤੋਂ ਅਮੀਰ ਆਦਮੀ ਹੈ। ਆਇਨਸਟੀਨ ਨੇ ਸਰਸਵਤੀ ਦੀ ਆਰਾਧਨਾ ਨਹੀਂ ਕੀਤੀ, ਫਿਰ ਵੀ ਉਹ ਸੰਸਾਰ ਦਾ ਸਭ ਤੋਂ ਵੱਡਾ ਵਿਗਿਆਨੀ ਹੈ। ਧੰਨਵਾਦ। ਅਸਲ ਬਹਾਦਰੀ। ਬਹਾਦਰੀ ਜਰਨੈਲਾਂ ਦਾ ਰੋਜ਼ਗਾਰ ਹੁੰਦੀ ਹੈ। ਸਮੁੰਦਰੀ ਫੌਜ ਦੇ ਮਾਰਲਬੋਰੋ ਨੇ ਆਪਣੇ ਵਿਰੋਧੀ ਜਰਨੈਲ ਨੂੰ ਆਪਣੇ ਰੋਕੇ ਹੋਏ ਸਮੁੰਦਰੀ ਰਸਤੇ ਵਿੱਚੋਂ ਪੈਰਿਸ ਜਾਣ ਦਿੱਤਾ, ਜਿੱਥੇ ਉਸ ਨੇ ਆਪਣੇ ਦਰਜੀ ਨੂੰ ਵਰਦੀ ਦਾ ਨਾਪ ਦੇਣਾ ਸੀ, ਜਿਹੜੀ ਪਹਿਨ ਕੇ ਉਸਨੇ ਮਾਰਲਬੋਰੋ ਨਾਲ ਸਮੁੰਦਰੀ ਯੁੱਧ ਕਰਨਾ ਸੀ। ਧੰਨਵਾਦ। ਜਾਗਦੇ। ਇੱਕ ਕਾਨਫਰੰਸ ਵਿੱਚ ਜਿਨਾਹ, ਗਾਂਧੀ ਅਤੇ ਅੰਬੇਦਕਰ ਇਕੱਠੇ ਹੋਏ। ਥਕਾਵਟ ਕਾਰਨ ਜਿਨਾਹ ਅਤੇ ਗਾਂਧੀ ਸੌਂ ਗਏ, ਕੇਵਲ ਅੰਬੇਦਕਰ ਜਾਗਦਾ ਸੀ। ਇੱਕ ਪ੍ਰਸਿੱਧ ਪੱਤਰਕਾਰ ਆਇਆ। ਉਹ ਮੁਲਾਕਾਤ ਤਾਂ ਤਿੰਨਾਂ ਨਾਲ ਕਰਨੀ ਚਾਹੁੰਦਾ ਸੀ, ਪਰ ਕੇਵਲ ਅੰਬੇਦਕਰ ਨਾਲ ਕਰ ਸਕਿਆ ਕਿਉਂਕਿ ਬਾਕੀ ਦੋਵੇਂ ਸੁੱਤੇ ਹੋਏ ਸਨ। ਮੁਲਾਕਾਤ ਉਪਰੰਤ ਪੱਤਰਕਾਰ ਦੇ ਪੁੱਛਣ 'ਤੇ ਕਿ ਗਾਂਧੀ ਅਤੇ ਜਿਨਾਹ ਸੌਂ ਰਹੇ ਹਨ ਪਰ ਤੁਸੀਂ ਕਿਉਂ ਜਾਗਦੇ ਹੋ, ਤਾਂ ਅੰਬੇਦਕਰ ਨੇ ਕਿਹਾ ਸੀ, ਉਹਨਾਂ ਦੇ ਲੋਕ ਜਾਗਦੇ ਹਨ, ਮੈਂ ਇਸ ਲਈ ਜਾਗ ਰਿਹਾ ਕਿਉਂਕਿ ਮੇਰੇ ਲੋਕ ਅਜੇ ਵੀ ਸੁੱਤੇ ਹੋਏ ਹਨ। ਧੰਨਵਾਦ। ਸਿਰੜ। ਰਾਜਸਥਾਨ ਦਾ ਸ਼ਿਵ ਚਰਨ ਨਾਂ ਦਾ ਵਿਦਿਆਰਥੀ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚੋਂ ਫੇਲ ਹੋ ਗਿਆ। ਉਹਨੇ ਪ੍ਰਣ ਕੀਤਾ ਕਿ ਵਿਆਹ 10ਵੀਂ ਪਾਸ ਕਰਨ ਉਪਰੰਤ ਹੀ ਕਰਾਂਗਾ। 82 ਸਾਲ ਦੀ ਉਮਰ ਵਿੱਚ ਉਹਨੇ 47ਵੀਂ ਵਾਰ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਸ਼ਿਆਂ 'ਚੋਂ ਫੇਲ ਹੋ ਗਿਆ। ਉਸ ਤੋਂ ਪਹਿਲਾਂ ਉਹ ਅਕਸਰ 1 ਜਾਂ 2 ਵਿਸ਼ਿਆਂ ਵਿੱਚੋਂ ਫੇਲ ਹੁੰਦਾ ਸੀ। ਫਿਰ ਉਸਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਜਿਉਂਦਾ ਹਾਂ ਪ੍ਰੀਖਿਆ ਦਿੰਦਾ ਰਹਾਂਗਾ, ਪਾਸ ਹੋਣ 'ਤੇ ਹੀ ਪ੍ਰੀਖਿਆ ਦੇਣੀ ਬੰਦ ਕਰਾਂਗਾ। ਇਵੇਂ ਉਹ ਰਾਜਸਥਾਨ ਦੇ ਘਰ ਘਰ ਵਿੱਚ ਜਾਣਿਆ ਜਾਣ ਵਾਲਾ ਪ੍ਰਸਿੱਧ ਪ੍ਰੀਖਿਆਰਥੀ ਹੈ। ਲੋਕ ਉਹਦੇ ਸਿਰੜ 'ਤੇ ਸਿਦਕ ਅਤੇ ਪ੍ਰਣ ਪਾਲਣ ਦੀ ਦਾਤ ਦਿੰਦੇ ਹਨ। ਧੰਨਵਾਦ। ਭੈੜੀ ਵਿਉਂਤ। ਬਹੁਤ ਪਹਿਲਾਂ ਸ੍ਰੀਲੰਕਾ ਬੜਾ ਖੁਸ਼ਹਾਲ ਦੇਸ਼ ਹੋਇਆ ਕਰਦਾ ਸੀ। ਸ਼ਹਿਰ ਵਸ ਗਏ, ਜਿਨ੍ਹਾਂ ਕਾਰਨ ਮੌਨਸੂਨ ਦੌਰਾਨ ਮੀਂਹ ਦੇ ਪਾਣੀ ਦਾ ਨਿਕਾਸ ਰੁਕਣ ਲੱਗ ਪਿਆ। ਨਹਿਰੀ ਪ੍ਰਣਾਲੀ ਵਿਕਸਿਤ ਨਹੀਂ ਸੀ ਕੀਤੀ। ਖਲੋਤੇ ਪਾਣੀ ਨਾਲ ਇੰਨਾ ਮੱਛਰ ਪੈਦਾ ਹੋ ਜਾਂਦਾ ਸੀ ਕਿ ਖੇਤੀ ਕਰਨੀ ਸੰਭਵ ਨਾ ਰਹੀ। ਮਲੇਰੀਆ ਫੈਲ ਜਾਂਦਾ ਸੀ, ਜਿਸ ਨਾਲ ਕਿਸਾਨਾਂ ਦੀਆਂ ਮੌਤਾਂ ਹੋਣ ਲੱਗ ਪਈਆਂ। ਕਿਹਾ ਜਾਂਦਾ ਹੈ ਕਿ ਸ੍ਰੀਲੰਕਾ ਦੀ ਖੁਸ਼ਹਾਲੀ ਨੂੰ ਮੱਛਰ ਨੇ ਮਾਰ ਦਿੱਤਾ। ਅਸਲ ਵਿੱਚ ਖੁਸ਼ਹਾਲੀ ਨੂੰ ਮਾਰਨ ਦਾ ਕੰਮ ਭੈੜੀ ਵਿਉਂਤਬੰਦੀ ਨੇ ਕੀਤਾ। ਗੱਪਾਂ। ਵਿਆਹ ਬਾਰੇ ਗੱਪਾਂ ਚੱਲ ਰਹੀਆਂ ਸਨ। ਗੱਲ ਡਾਕਟਰ ਦੇ ਵਿਆਹ ਤੋਂ 'ਤੇ ਕੇਂਦਰਿਤ ਹੋ ਗਈ।
ਸਾਰਿਆਂ ਦੀ ਕਲਪਨਾ ਜਾਗੀ ਹੋਈ ਸੀ। ਨਰਸਾਂ, ਡਾਕਟਰ ਸਾਰੇ ਯੋਗਦਾਨ ਪਾ ਰਹੇ ਸਨ। ਇੱਕ ਨੇ ਕਿਹਾ ਕਿ ਡਾਕਟਰ ਦਾ ਵਿਆਹ ਇਵੇਂ ਹੋਵੇ ਕਿ ਹਰ ਕਿਸੇ ਨੂੰ ਪਤਾ ਲੱਗੇ ਕਿ ਡਾਕਟਰ ਦਾ ਵਿਆਹ ਹੋ ਰਿਹਾ ਹੈ। ਬਰਾਤ ਐਂਬੂਲੈਂਸ 'ਚ ਜਾਣੀ ਚਾਹੀਦੀ ਹੈ। ਮਿਲਣੀ ਆਪਰੇਸ਼ਨ ਥੀਏਟਰ 'ਚ ਹੋਵੇ। ਫੋਟੋ ਦੀ ਥਾਂ ਐਕਸਰੇ ਖਿੱਚੀ ਜਾਵੇ। ਕੋਕਾ ਕੋਲਾ ਦੀ ਥਾਂ ਗਲੂਕੋਜ਼ ਦੀਆਂ ਬੋਤਲਾਂ ਅਤੇ ਪ੍ਰੀਤੀ ਭੋਜ ਵਿਟਾਮਿਨਾਂ, ਗੋਲੀਆਂ ਅਤੇ ਕੈਪਸੂਲਾਂ ਦਾ ਹੋਣਾ ਚਾਹੀਦਾ ਹੈ। ਵਰਮਾਲਾ ਦੀ ਥਾਂ ਸਟੈਥੋਸਕੋਪ ਪਾਇਆ ਜਾਏ ਅਤੇ ਵਿਆਹ ਮਗਰੋਂ ਡਾਕਟਰ ਦੁਲਹਨ ਨੂੰ ਕਹੇ, ਸਿਸਟਰ ਧੰਨਵਾਦ। ਫਰਿਸ਼ਤੇ। ਇੱਕ 70 ਸਾਲ ਦੇ ਪੁਰਸ਼ ਨੇ ਰਿਸ਼ਤੇ ਲਈ ਅਖਬਾਰ ਵਿੱਚ ਇਸ਼ਤਿਹਾਰ ਛਪਵਾਇਆ। ਇੱਕ ਇਸਤਰੀ ਨੇ ਜਵਾਬ ਦਿੱਤਾ, ਇਸ ਉਮਰ ਵਿੱਚ ਰਿਸ਼ਤੇ ਨਹੀਂ ਆਉਂਦੇ, ਫਰਿਸ਼ਤੇ ਆਉਂਦੇ ਹਨ। ਧੰਨਵਾਦ। ਅੱਜ ਕੱਲ੍ਹ ਦੇ ਪੁੱਤਰ। ਇੱਕ ਪਿਤਾ ਆਪਣੇ 2 ਪੁੱਤਰਾਂ ਨਾਲ ਕ੍ਰਿਕਟ ਖੇਡ ਰਿਹਾ ਸੀ। ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ਬੇਟਾ ਇੱਕ ਗਲਾਸ ਪਾਣੀ ਲਿਆ ਦੇ। ਪੁੱਤਰ ਨੇ ਕਿਹਾ, ਕਿਉਂ, ਹੁਣੇ ਤਾਂ ਪੀਤਾ ਸੀ, ਮੈਂ ਨਹੀਂ ਲਿਆਉਣਾ। ਛੋਟੇ ਨੇ ਕਿਹਾ, ਰਹਿਣ ਦਿਓ ਪਾਪਾ, ਇਹ ਤਾਂ ਹੈ ਹੀ ਨਲਾਇਕ। ਤੁਸੀਂ ਆਪ ਹੀ ਪਾਣੀ ਲੈ ਕੇ ਪੀ ਲਓ ਅਤੇ ਇੱਕ ਗਲਾਸ ਮੇਰੇ ਲਈ ਵੀ ਲੈ ਆਉਣਾ। ਧੰਨਵਾਦ। ਸੇਲਜ਼ਮੈਨ। ਇੱਕ ਵਿਅਕਤੀ ਇੱਕ ਬੜੇ ਮਹਿੰਗੇ ਸਟੋਰ 'ਚ ਗਿਆ। ਸੇਲਜ਼ਮੈਨ ਨੇ ਪੁੱਛਿਆ, ਮੈਂ ਤੁਹਾਡੀ ਮਦਦ ਕਰਾਂ? ਨਹੀਂ, ਅਜੇ ਤਾਂ ਮੈਂ ਵੇਖ ਰਿਹਾ, ਜਦੋਂ ਮੈਂ ਕਰੋੜਪਤੀ ਹੋ ਗਿਆ ਉਦੋਂ ਖਰੀਦ ਵੀ ਲਵਾਂਗਾ। ਸੇਲਜ਼ਮੈਨ ਨੇ ਕਿਹਾ, ਕੋਈ ਗੱਲ ਨਹੀਂ, ਸਟੋਰ 8 ਵਜੇ ਤੱਕ ਖੁੱਲ੍ਹਾ ਰਹੇਗਾ। ਧੰਨਵਾਦ। ਸੋਹਣੀ ਨਰਸ। ਇੱਕ ਨਰਸ ਇੰਨੀ ਸੋਹਣੀ ਸੀ ਕਿ ਜਦੋਂ ਕਿਸੇ ਪੁਰਸ਼ ਮਰੀਜ਼ ਦੀ ਨਬਜ਼ ਵੇਖਦੀ ਸੀ ਤਾਂ ਉਸ ਵਿੱਚੋਂ 10% ਧੜਕਣ ਆਪੇ ਘਟਾ ਦਿੰਦੀ ਸੀ, ਜਿਹੜੀ ਉਸ ਵੱਲੋਂ ਛੂਹਣ ਨਾਲ ਮਰੀਜ਼ ਦੀ ਵੱਧ ਗਈ ਹੁੰਦੀ ਸੀ। ਧੰਨਵਾਦ। ਅੰਦਾਜ਼। ਜੇ ਤੁਹਾਡੀ ਆਲੋਚਨਾ ਹੋ ਰਹੀ ਹੈ ਤਾਂ ਉਸ ਨੂੰ ਖੁੰਡੀ ਕਰਨ ਲਈ ਉਸ ਨਾਲ ਸਹਿਮਤ ਹੋਵੋ। ਆਲੋਚਨਾ ਨਹੀਂ ਰਹੇਗੀ। ਇੱਕ ਵਾਰੀ ਕੈਫੀ ਆਜ਼ਮੀ ਨੇ ਕਿਹਾ, ਗੁਲਜ਼ਾਰ ਨੂੰ ਨਜ਼ਮ ਲਿਖਣੀ ਨਹੀਂ ਆਉਂਦੀ। ਗੁਲਜ਼ਾਰ ਨੇ ਇਸ ਆਲੋਚਨਾ ਨੂੰ ਖੁੰਡਾ ਕਰਨ ਲਈ ਕਿਹਾ, ਕੈਫੀ ਆਜ਼ਮੀ ਵੱਡੇ ਸ਼ਾਇਰ ਹਨ, ਉਹ ਠੀਕ ਹੀ ਕਹਿੰਦੇ ਹੋਣਗੇ। ਅਤੇ ਗੁਲਜ਼ਾਰ ਦਾ ਇਹ ਉੱਤਰ ਸੁਣ ਕੇ ਕੈਫੀ ਆਜ਼ਮੀ ਨੇ ਗੁਲਜ਼ਾਰ ਨੂੰ ਜੱਫੇ ਪਾ ਲਈ। ਧੰਨਵਾਦ। ਕੰਜੂਸ। 3 ਕੰਜੂਸ ਦੋਸਤ ਇੱਕ ਸਭਾ 'ਚ ਬੈਠੇ ਸਨ। ਉੱਥੇ ਹਰੇਕ ਹਾਜ਼ਰ ਵਿਅਕਤੀ ਤੋਂ 500 ਰੁਪਏ ਦਾ ਚੰਦਾ ਉਗਰਾਉਣ ਦਾ ਫੈਸਲਾ ਹੋਇਆ। ਇਸ ਫੈਸਲੇ ਨੂੰ ਸੁਣ ਕੇ ਤਿੰਨਾਂ ਵਿੱਚੋਂ ਇੱਕ ਬੇਹੋਸ਼ ਹੋ ਗਿਆ ਅਤੇ ਬਾਕੀ 2 ਉਸ ਨੂੰ ਚੁੱਕ ਕੇ ਬਾਹਰ ਲੈ ਗਏ ਅਤੇ ਲੋਪ ਹੋ ਗਏ। ਧੰਨਵਾਦ। ਨਾ ਬਰਾਬਰੀ। ਭਾਰਤ ਵਿੱਚ ਵਿਆਹ ਇਸ ਲਈ ਹੰਢਣਸਾਰ ਹਨ ਕਿਉਂਕਿ ਇਸਤਰੀ ਪੁਰਸ਼ ਵਿੱਚ ਨਾ ਬਰਾਬਰੀ ਹੈ। ਨਾ ਬਰਾਬਰੀ ਕਾਰਨ ਇਸਤਰੀ ਦੀ ਪੁਰਸ਼ ਉੱਤੇ ਨਿਰਭਰਤਾ ਹੈ। ਯੂਰਪ ਵਿੱਚ, ਅਮਰੀਕਾ ਵਿੱਚ ਬਰਾਬਰੀ ਹੈ। ਜਿੱਥੇ ਬਰਾਬਰੀ ਹੈ ਉੱਥੇ ਟਕਰਾਓ ਹੋਏਗਾ। ਕਰਤੱਵ ਅਤੇ ਅਧਿਕਾਰ ਦੋਵੇਂ ਵੰਡੇ ਜਾਣਗੇ। ਇਸਤਰੀਆਂ ਵਧੇਰੇ ਸੁਚੇਤ ਹੋਣਗੀਆਂ। ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਵਿਆਹ ਟੁੱਟਣਗੇ। ਬਰਾਬਰੀ ਕਾਰਨ ਵਿਆਹ ਟੁੱਟਣ ਦੀ ਹੈਰਾਨੀ, ਪਰੇਸ਼ਾਨੀ ਨਹੀਂ ਹੋਏਗੀ। ਧੰਨਵਾਦ। ਸਿਰ ਦਰਦ। ਝਗੜੇ ਦਾ ਸੁਭਾਅ ਹੈ, ਇਹ ਵੱਧ ਹੀ ਸਕਦਾ ਹੈ। ਝਗੜੇ ਨੂੰ ਘਟਣਾ ਨਹੀਂ ਆਉਂਦਾ। ਝਗੜਾ ਸਿਰ ਦਰਦ ਹੀ ਉਪਜਾਉਂਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾ ਦਿੱਤਾ ਅਤੇ 2 ਸਿਰ ਦਰਦ ਸਹੇੜ ਲਏ। ਧੰਨਵਾਦ। ਕਲਪਨਾ। ਕਲਪਨਾ ਨੂੰ ਵਿਚਰਨ ਵਾਸਤੇ ਵਿੱਥ ਅਤੇ ਖੁੱਲ੍ਹੀ ਥਾਂ ਦੀ ਲੋੜ ਹੁੰਦੀ ਹੈ। ਇਸੇ ਕਰਕੇ ਕਲਪਨਾ ਨੂੰ ਅਸਮਾਨ ਨਾਲ ਜੋੜਿਆ ਜਾਂਦਾ ਹੈ। ਪਿਆਰ ਵਿੱਚ ਕਲਪਨਾ ਦੂਜੇ ਦੀ ਗੈਰ ਹਾਜ਼ਰੀ ਕਾਰਨ ਉਪਜਦੀ ਹੈ। ਜੇ ਪ੍ਰੇਮੀ ਪ੍ਰੇਮਿਕਾ ਗੈਰ ਹਾਜ਼ਰ ਨਾ ਹੋਣ ਤਾਂ ਉਹਨਾਂ ਵਿੱਚ ਕਲਪਨਾ ਨਹੀਂ ਜਾਗਦੀ। ਦੀਦਾਰ ਦੀ ਤਾਂਘ ਕਾਰਨ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਹਵਾਵਾਂ ਵਿੱਚ ਵੇਖਦੇ ਹਨ।
ਪ੍ਰੇਮੀਆਂ ਦੇ ਵਿਆਹ ਉਪਰੰਤ ਨਿਰੰਤਰ ਹਾਜ਼ਰੀ ਕਲਪਨਾ ਨੂੰ ਮਾਰ ਹੀ ਨਹੀਂ ਦਿੰਦੀ, ਸਗੋਂ ਦੋਹਾਂ ਦਾ ਸਾਹ ਘੁੱਟਣ ਲੱਗ ਪੈਂਦਾ ਹੈ। ਧੰਨਵਾਦ। ਸਫਲਤਾ ਤੇ ਸਮੱਸਿਆਵਾਂ। ਸਫਲਤਾ ਨਾਲ ਵੀ ਸਮੱਸਿਆਵਾਂ ਉਪਜਦੀਆਂ ਹਨ। ਇਵੇਂ ਵਾਪਰਨਾ ਸੁਭਾਵਕ ਹੁੰਦਾ ਹੈ। ਹਰ ਸਫਲਤਾ ਨਵੇਂ ਦੁਸ਼ਮਣ ਉਪਜਾਉਂਦੀ ਹੈ। ਜੇ ਤੁਸੀਂ ਦੂਜਿਆਂ ਦੀ ਲੜਾਈ ਵਿੱਚ ਕੁੱਦੋਗੇ ਤਾਂ ਲੜਾਈ ਘੁੰਮ ਫਿਰ ਕੇ ਤੁਹਾਡੇ ਦੁਆਲੇ ਆ ਜਾਏਗੀ। ਹੋਰਾਂ ਦੀ ਲੜਾਈ ਵਿੱਚ ਦਿਲਚਸਪੀ ਹੀ ਲਓ, ਭਾਗ ਨਾ ਲਓ। ਉਹ ਦੋਵੇਂ ਹਰ ਲੜਾਈ ਨਾਲ ਕਮਜ਼ੋਰ ਹੋਣਗੇ। ਤੁਸੀਂ ਹਰ ਲੜਾਈ ਤੋਂ ਬਚ ਕੇ ਮਜ਼ਬੂਤ ਹੋਵੋਗੇ। ਅਮਰੀਕਾ ਐਵੇਂ ਹੀ ਕਰਦਾ ਹੈ। ਤਲਾਕ ਦੇ ਮੁਕੱਦਮੇ ਵਿੱਚ ਇੱਕ ਧਿਰ ਉੱਜੜਦੀ ਹੈ, ਦੂਜੀ ਬਰਬਾਦ ਹੁੰਦੀ ਹੈ। ਲਾਭ ਝਗੜੇ ਤੋਂ ਬਾਹਰ ਵਿਚਰਦੇ ਵਕੀਲਾਂ ਨੂੰ ਹੁੰਦਾ ਹੈ। ਜਦੋਂ ਮੱਛੀਆਂ ਆਪਸ ਵਿੱਚ ਲੜਦੀਆਂ ਹਨ ਤਾਂ ਲਾਭ ਮਛੇਰਿਆਂ ਨੂੰ ਹੁੰਦਾ ਹੈ। ਧੰਨਵਾਦ। ਸਫਲ ਦੇਵਤਾ। ਅਸਲੀ ਯੋਗਤਾ ਇਹ ਹੁੰਦੀ ਹੈ ਕਿ ਗੰਭੀਰ ਨਾਲ ਗੰਭੀਰ ਹੋ ਕੇ ਮਿਲੋ, ਹਸਮੁਖ ਨਾਲ ਹਸਮੁਖ ਹੋ ਕੇ ਗੱਲ ਕਰੋ, ਖੁੱਲ੍ਹ ਦਿਲੇ ਲੋਕਾਂ ਨਾਲ ਖੁੱਲ੍ਹੇ ਦਿਲ ਨਾਲ ਵਿਚਰੋ ਅਤੇ ਕੰਜੂਸ ਨਾਲ ਗੱਲਬਾਤ ਦੌਰਾਨ ਉਹਦੀ ਕੰਜੂਸੀ ਦਾ ਸਨਮਾਨ ਕਰੋ। ਕੁਝ ਖਾਣ ਖੁਆਉਣ ਬਾਰੇ ਨਾ ਕਹੋ, ਬਸ ਗੱਲਾਂ ਹੀ ਕਰੋ। ਸ਼ਰਾਬੀ ਨੂੰ ਉਪਦੇਸ਼ ਨਾ ਦਿਓ। ਪਤਨੀ ਨਾਲ ਹੀ ਨਹੀਂ, ਕਿਸੇ ਵੀ ਇਸਤਰੀ ਨਾਲ ਬਹਿਸ ਨਾ ਕਰੋ। ਕਿਸੇ ਅਜਨਬੀ ਨਾਲ ਮਖੌਲ ਨਹੀਂ ਕਰਨਾ। ਯੂਨਾਨੀ ਸਮੁੰਦਰੀ ਦੇਵਤੇ ਪ੍ਰੋਟੀਅਸ ਦਾ ਗੁਣ ਹੈ ਕਿ ਉਹ ਸਥਿਤੀ ਅਤੇ ਮੌਕੇ ਅਨੁਸਾਰ ਰੂਪ ਧਾਰ ਲੈਂਦਾ ਹੈ। ਇਹ ਸਭ ਤੋਂ ਸਫਲ ਦੇਵਤਾ ਮੰਨਿਆ ਜਾਂਦਾ ਹੈ। ਧੰਨਵਾਦ। ਕਲਾਕਾਰ। ਜਦੋਂ ਕਿਸੇ ਨੂੰ ਮਿਹਨਤ ਕਰਦਿਆਂ ਵੇਖੋਗੇ ਤਾਂ ਉਸ ਦੇ ਅਦਭੁਤ ਹੋਣ ਦਾ ਜਾਦੂ ਟੁੱਟ ਜਾਏਗਾ। ਇਸੇ ਲਈ ਸੰਗੀਤਕਾਰ ਰਿਆਜ਼ ਬਹੁਤ ਸਵੇਰੇ ਸਵੇਰੇ ਕਰਦੇ ਹਨ। ਕੰਮ ਹੋਰਾਂ ਦੇ ਸਾਹਮਣੇ ਕੀਤਾ ਜਾਂਦਾ ਹੈ, ਮਿਹਨਤ ਇਕੱਲਿਆਂ ਕੀਤੀ ਜਾਂਦੀ ਹੈ। ਵੱਡੇ ਕਲਾਕਾਰ ਕਿਸੇ ਕਲਾ ਕਿਰਤ ਦੇ ਨਿਰਮਾਣ ਦੌਰਾਨ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਉਹ ਮੂਰਤੀ ਜਾਂ ਚਿੱਤਰ ਦੇ ਪੂਰੇ ਹੋਣ ਉਪਰੰਤ ਹੀ ਹੋਰਾਂ ਨੂੰ ਵਿਖਾਉਂਦੇ ਹਨ। ਉਹ ਆਪਣੀ ਮਿਹਨਤ ਨੂੰ ਲੁਕਾ ਕੇ ਰੱਖਦੇ ਸਨ, ਕਿਉਂਕਿ ਜੇ ਕੋਈ ਉਹਨਾਂ ਨੂੰ ਮੂਰਤੀ ਬਣਾਉਂਦਿਆਂ ਵੇਖਦਾ ਸੀ ਤਾਂ ਉਹ ਕਲਾਕਾਰ ਨਹੀਂ, ਕਾਰੀਗਰ ਲੱਗਦੇ ਸਨ। ਜਦੋਂ ਪੋਪ ਨੇ ਰੋਮ ਵਿੱਚ ਸਭ ਤੋਂ ਵੱਡੇ ਗਿਰਜੇ ਦੀ ਛੱਤ 'ਤੇ ਬਾਈਬਲ ਦੀਆਂ ਕਥਾਵਾਂ ਚਿੱਤਰਨ ਦੀ ਜ਼ਿੰਮੇਵਾਰੀ ਮਾਈਕਲ ਐਂਜਲੋ ਨੂੰ ਦਿੱਤੀ ਸੀ ਤਾਂ ਮਾਈਕਲ ਐਂਜਲੋ ਨੇ ਸ਼ਰਤ ਲਾਈ ਸੀ ਕਿ ਕੰਮ ਦੇ ਦੌਰਾਨ ਪੋਪ ਉੱਥੇ ਨਹੀਂ ਆਏਗਾ, ਅਰਥਾਤ ਉਸਨੂੰ ਕੰਮ ਕਰਦਿਆਂ ਨਹੀਂ ਵੇਖੇਗਾ। ਇੱਕ ਵਾਰੀ ਪੋਪ ਆਇਆ ਸੀ ਅਤੇ ਮਾਈਕਲ ਐਂਜਲੋ ਪੋਪ ਨਾਲ ਨਾਰਾਜ਼ ਹੋ ਕੇ ਫਲੋਰੈਂਸ ਵਾਪਸ ਚਲਾ ਗਿਆ ਸੀ। ਪੋਪ ਨੇ ਗਲਤੀ ਮੰਨੀ ਅਤੇ ਕਿਹਾ, ਮਾਈਕਲ ਐਂਜਲੋ ਤੈਨੂੰ ਪੋਪ ਹੋਰ ਮਿਲ ਜਾਣਗੇ, ਪਰ ਮੈਨੂੰ ਮਾਈਕਲ ਐਂਜਲੋ ਹੋਰ ਨਹੀਂ ਲੱਭਣਾ। ਮਾਈਕਲ ਐਂਜਲੋ ਆਰੰਭ ਕੀਤੇ ਕੰਮ ਨੂੰ ਮੁਕੰਮਲ ਕਰਨ ਦੀ ਭਾਵਨਾ ਨਾਲ ਵਾਪਸ ਆਇਆ ਸੀ। ਧੰਨਵਾਦ। ਸੱਚਾਈ ਤੇ ਸੁਪਨੇ। ਚੌਕੀਦਾਰ ਨੇ ਅਮੀਰ ਮਾਲਕ ਨੂੰ ਕਿਹਾ, ਕੱਲ੍ਹ ਸੁਪਨੇ ਵਿੱਚ ਤੁਸੀਂ ਮੈਨੂੰ ਇੱਕ ਘੋੜਾ, ਤਲਵਾਰ ਤੇ ਵਰਦੀ ਦਿੱਤੀ ਸੀ। ਮਾਲਕ ਨੇ ਚੌਕੀਦਾਰ ਦੇ ਭੋਲੇਪਨ ਨੂੰ ਵੇਖ ਕੇ ਇਹ ਤਿੰਨੇ ਚੀਜ਼ਾਂ ਉਸਨੂੰ ਦੇ ਦਿੱਤੀਆਂ। ਕੁਝ ਦਿਨਾਂ ਮਗਰੋਂ ਮਾਲਕ ਦੀ ਉਦਾਰਤਾ ਨੂੰ ਵੇਖ ਕੇ ਚੌਕੀਦਾਰ ਨੇ ਫੇਰ ਕਿਹਾ, ਕੱਲ੍ਹ ਤੁਸੀਂ ਸੁਪਨੇ ਵਿੱਚ ਮੈਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ। ਮਾਲਕ ਨੇ ਕਿਹਾ, ਤੂੰ ਚੌਕੀਦਾਰ ਹੈ, ਚੌਕੀਦਾਰ ਦਾ ਕੰਮ ਹੈ ਜਾਗਣਾ। ਸੁਪਨੇ ਸੁੱਤਿਆਂ ਹੀ ਵੇਖੇ ਜਾਂਦੇ ਹਨ। ਤੂੰ ਚੌਕੀਦਾਰਾਂ ਤਾਂ ਕਰਦਾ ਨਹੀਂ, ਸੌਂਦਾ ਹੀ ਹੈ। ਸੁਪਨੇ ਨਾ ਵੇਖਿਆ ਕਰ, ਇਹ ਸੱਚ ਨਹੀਂ ਹੁੰਦੇ। ਇਹ ਕਹਿ ਕੇ ਮਾਲਕ ਨੇ ਦਿੱਤੀਆਂ ਤਿੰਨੇ ਚੀਜ਼ਾਂ ਵਾਪਸ ਲੈ ਲਈਆਂ ਅਤੇ ਉਸ ਦੀ ਛੁੱਟੀ ਕਰ ਦਿੱਤੀ। ਧੰਨਵਾਦ। ਕੁਦਰਤ। ਕਿਸੇ ਦੀ ਜਵਾਨੀ, ਸੁੰਦਰਤਾ, ਪ੍ਰਸਿੱਧੀ, ਅਮੀਰੀ, ਸਿਹਤ, ਤਾਕਤ, ਹਕੂਮਤ ਆਦਿ ਨੂੰ ਕੁਦਰਤ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਦੀ। ਧੰਨਵਾਦ। ਇਨਕਲਾਬ। ਇਨਕਲਾਬ ਦੀ ਕਲਪਨਾ ਕਰਨ ਵਾਲੇ ਅਤੇ ਆਰੰਭ ਕਰਨ ਵਾਲੇ ਹੋਰ ਹੁੰਦੇ ਹਨ, ਮੁਕੰਮਲ ਕਰਨ ਵਾਲੇ ਹੋਰ ਹੁੰਦੇ ਹਨ ਅਤੇ ਬਦਨਾਮ ਕਰਨ ਵਾਲੇ ਹੋਰ ਹੁੰਦੇ ਹਨ। ਇਨਕਲਾਬ ਸੰਬੰਧੀ ਇਹਨਾਂ ਤਿੰਨਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ।
ਸੰਸਾਰ ਵਿੱਚ ਇਨਕਲਾਬ ਦੀ ਕਲਪਨਾ ਕਰਨ ਵਾਲਾ ਮਾਰਕਸ ਸੀ, ਇਸ ਨੂੰ ਯਥਾਰਥ ਬਣਾਉਣ ਵਾਲਾ ਲੈਨਿਨ ਸੀ ਅਤੇ ਬਦਨਾਮ ਕਰਨ ਵਾਲਾ ਸਟਾਲਿਨ ਸੀ। ਧੰਨਵਾਦ। ਪਰੰਪਰਾ। ਜਦੋਂ ਦਰਖਤ ਡਿੱਗਦਾ ਹੈ ਤਾਂ ਬਾਂਦਰ ਆਪੇ ਦੌੜ ਜਾਂਦੇ ਹਨ। ਜਦੋਂ ਆਜੜੀ ਮਾਰਿਆ ਜਾਂਦਾ ਹੈ ਤਾਂ ਭੇਡਾਂ ਬੱਕਰੀਆਂ ਆਪੇ ਖਿੰਡ ਜਾਂਦੀਆਂ ਹਨ। ਜਦੋਂ ਮਾਂ ਮਰ ਜਾਂਦੀ ਹੈ ਅਤੇ ਭੈਣ ਭਰਾ ਅਜਨਬੀ ਬਣ ਜਾਂਦੇ ਹਨ। ਸ਼ਤਰੰਜ ਵਿੱਚ ਜਦੋਂ ਰਾਜਾ ਘਿਰ ਜਾਂਦਾ ਹੈ ਤਾਂ ਹਾਥੀਆਂ ਘੋੜਿਆਂ ਵਾਲੇ ਮੋਹਰੇ ਨਿਤਾਣੇ ਹੋ ਜਾਂਦੇ ਹਨ। ਪੁਰਾਣੇ ਜ਼ਮਾਨੇ ਵਿੱਚ ਰਾਜਧਾਨੀ 'ਤੇ ਕਬਜ਼ਾ ਕਰਨ ਨਾਲ ਬਾਕੀ ਦੇਸ਼ ਆਪੇ ਕਾਬੂ ਵਿੱਚ ਆ ਜਾਂਦਾ ਸੀ। ਪੁਰਾਤਨ ਬੰਗਾਲ ਵਿੱਚ ਇੱਕ ਉਮਰ ਅਤੇ ਇੱਕ ਮਿਆਦ ਉਪਰੰਤ ਇੱਕ ਵੱਡਾ ਸਮਾਰੋਹ ਕਰਕੇ ਰਾਜੇ ਦਾ ਸਿਰ ਫਿਰਨ ਤੋਂ ਰੋਕਣ ਲਈ ਰਸਮੀ ਢੰਗ ਨਾਲ ਰਾਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਸ ਦਾ ਉਦੇਸ਼ ਰਾਜੇ ਦੇ ਹੰਕਾਰੇ ਜਾਣ ਅਤੇ ਆਪਣਾ ਰਾਜ ਪੱਕਾ ਕਰਨ ਤੋਂ ਰੋਕਣਾ ਸੀ। ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਦੇਵਤੇ ਦਾ ਦਰਜਾ ਦੇ ਦਿੱਤਾ ਜਾਂਦਾ ਸੀ। ਧੰਨਵਾਦ। ਹੈਂਕੜ। ਫਰਾਂਸੀਸੀ ਸੱਭਿਆਚਾਰ ਵਿਦੇਸ਼ੀਆਂ ਪ੍ਰਤੀ ਸਨੇਹ ਭਾਵੀ ਨਹੀਂ ਹੈ, ਕਿਉਂਕਿ ਫਰਾਂਸੀਸੀ ਹੋਰ ਹਰ ਕਿਸੇ ਨੂੰ ਆਪਣੇ ਤੋਂ ਨੀਵਾਂ ਅਤੇ ਬਹੁਤਿਆਂ ਨੂੰ ਅਸੱਭਿਅਕ ਸਮਝਦੇ ਹਨ। ਫਰਾਂਸੀਸੀਆਂ ਦੇ ਇਸ ਵਿਹਾਰ ਨੂੰ ਫਰਾਂਸ ਦੀ ਹੈਂਕੜ ਕਿਹਾ ਜਾਂਦਾ ਹੈ। ਪਰ ਫਰਾਂਸ ਸੰਸਾਰ ਦਾ ਇੱਕਮਾਤਰ ਦੇਸ਼ ਹੈ ਜਿੱਥੇ ਹਰ ਸਾਲ 8 ਕਰੋੜ ਦੀ ਆਬਾਦੀ ਦੇ ਮੁਕਾਬਲੇ ਸੈਲਾਨੀਆਂ ਦੀ ਗਿਣਤੀ 10 ਕਰੋੜ ਨਾਲੋਂ ਵੀ ਵੱਧ ਹੁੰਦੀ ਹੈ। ਫਰਾਂਸੀਸੀਆਂ ਦੀ ਹੈਂਕੜ ਹੀ ਉਹਨਾਂ ਦੇ ਪ੍ਰਸਿੱਧ ਅਤੇ ਹਰਮਨ ਪਿਆਰੇ ਹੋਣ ਦਾ ਕਾਰਨ ਬਣੀ ਹੋਈ ਹੈ। ਧੰਨਵਾਦ। ਘੁੰਡੀ। ਹਰ ਸਮੱਸਿਆ ਦਾ ਇੱਕ ਸਖਤ ਅਤੇ ਇੱਕ ਪੋਲਾ ਭਾਗ ਹੁੰਦਾ ਹੈ। ਪੋਲੇ ਭਾਗ ਨੂੰ ਹੱਥ ਪਾਇਆ ਜਾ ਸਕਦਾ ਹੈ। ਤੂਫਾਨ ਦੇ ਕੇਂਦਰ ਵਿੱਚ ਇੱਕ ਸ਼ਾਂਤ ਭਾਗ ਹੁੰਦਾ ਹੈ। ਇਸ ਨਾਭੀ ਤੋਂ ਤੂਫਾਨ ਨੂੰ ਚੱਕਰਦਾਰ ਬਣਨ ਦੀ ਤਾਕਤ ਮਿਲਦੀ ਹੈ। ਜਦੋਂ ਅੱਗ ਲੱਗੀ ਹੋਵੇ, ਅੱਗ ਦਾ ਕੇਂਦਰ ਬੁਝਾਉਣ ਤੋਂ ਬਿਨਾਂ ਅੱਗ ਨਹੀਂ ਬੁਝਦੀ। ਹਰ ਵਪਾਰ ਦੀ ਇੱਕ ਘੁੰਡੀ ਹੁੰਦੀ ਹੈ। ਜਿਹੜੇ ਘੁੰਡੀ ਫੜ ਲੈਂਦੇ ਹਨ ਉਹ ਕਾਮਯਾਬ ਹੋ ਜਾਂਦੇ ਹਨ। ਹਰ ਕਿਸੇ ਦੇ ਸੁਭਾਅ ਦੀ ਇੱਕ ਕੇਂਦਰੀ ਆਦਤ ਹੁੰਦੀ ਹੈ। ਕੋਈ ਪ੍ਰਸ਼ੰਸਾ ਨਾਲ, ਕਈ ਲਾਲਚ ਨਾਲ, ਕੁਝ ਡਰ ਨਾਲ, ਬਹੁਤੇ ਲਾਰੇ ਨਾਲ, ਕੁਝ ਰਿਸ਼ਵਤ ਰਾਹੀਂ, ਕੁਝ ਇਨਾਮ ਨਾਲ, ਕੁਝ ਤਰੱਕੀ ਨਾਲ ਕਾਬੂ ਕੀਤੇ ਜਾ ਸਕਦੇ ਹਨ। ਚੂਲ ਨੂੰ ਸਮਝੋ, ਚੱਕਰ ਆਪੇ ਸਮਝ ਆ ਜਾਏਗਾ। ਧੰਨਵਾਦ। ਨੀਂਦ। ਕੀ ਨੀਂਦਰ ਨਾਲ ਆਨੰਦ ਮਿਲਦਾ ਹੈ? ਆਨੰਦ ਤਾਂ ਲੇਟਣ ਨਾਲ ਹੀ ਮਿਲ ਜਾਂਦਾ ਹੈ। ਨੀਂਦਰ ਤਾਂ ਥਕਾਵਟ ਵਿੱਚ, ਹਨੇਰੇ ਵਿੱਚ ਹੁੰਦੀ ਹੈ। ਨੀਂਦਰ ਤਾਂ ਬਿਸਤਰਾ ਵੇਖ ਕੇ ਹੀ ਆਉਣ ਲੱਗ ਪੈਂਦੀ ਹੈ। ਵਾਸਤਵ ਵਿੱਚ ਰਾਤ ਨੂੰ ਜਦੋਂ ਨੀਂਦਰ ਆਉਂਦੀ ਹੈ ਤਾਂ ਅਸੀਂ ਇਸ ਦੇ ਸਵਾਗਤ ਲਈ ਤਿਆਰ ਹੁੰਦੇ ਹਾਂ। ਇਸ ਨੂੰ ਸਵੀਕਾਰ ਕਰਦਿਆਂ ਬਾਕੀ ਸਭ ਕੁਝ ਅਸੀਂ ਪਰੇ ਕਰ ਦਿੰਦੇ ਹਾਂ। ਸਵੇਰੇ ਜਦੋਂ ਅਸੀਂ ਜਾਗਦੇ ਹਾਂ ਤਾਂ ਆਨੰਦ ਨੀਂਦਰ ਨੂੰ ਵਿਦਾ ਕਰਨ ਵਿੱਚ ਮਿਲਦਾ ਹੈ। ਨੀਂਦਰ ਨਾਲ ਸਰੀਰ ਦਾ ਵਿਗੜਿਆ ਸੰਤੁਲਨ ਮੁੜ ਬਹਾਲ ਹੋ ਜਾਂਦਾ ਹੈ ਅਤੇ ਸਾਡੀਆਂ ਅੱਖਾਂ, ਕੰਨ, ਨੱਕ, ਜੀਭ, ਚਮੜੀ ਆਦਿ ਇੰਦਰੀਆਂ ਮੁੜ ਕਾਰਜ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਧੰਨਵਾਦ। ਪਤਨੀ ਦੀ ਹੱਲਾਸ਼ੇਰੀ। ਜੂਏਬਾਜ਼ ਕਈ ਵਾਰੀ ਅਸ਼ਾਂਤ ਮਨ ਨੂੰ ਸ਼ਾਂਤ ਕਰਨ ਲਈ ਜੂਆ ਖੇਡਦੇ ਹਨ। ਉਹ ਕੱਲ੍ਹ ਦੇ ਹਾਰੇ ਹੋਏ ਪੈਸੇ ਮੁੜ ਜਿੱਤਣ ਲਈ ਜਾਂ ਕੱਲ੍ਹ ਦੇ ਜਿੱਤੇ ਹੋਏ ਪੈਸੇ ਦੁੱਗਣੇ ਕਰਨ ਲਈ ਜੂਆ ਖੇਡਦੇ ਹਨ। ਹਰੇਕ ਜੂਏਬਾਜ਼ ਦੀ ਜੂਆ ਖੇਡਣ ਦੀ ਆਦਤ ਦਾ ਕਾਰਨ ਵੱਖਰਾ ਹੁੰਦਾ ਹੈ। ਰੂਸ ਦੇ ਪ੍ਰਸਿੱਧ ਨਾਵਲਕਾਰ ਦੋਸਤੋਵਸਕੀ ਨੂੰ ਜੂਆ ਖੇਡਣ ਦੀ ਆਦਤ ਸੀ। ਉਸ ਦੀ ਪਤਨੀ ਨੂੰ ਪਤਾ ਸੀ ਕਿ ਉਹਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕਾਰਜ ਜੂਆ ਕਰਦਾ ਸੀ। ਕਈ ਵਾਰੀ ਉਹ ਆਪਣੇ ਕੋਲੋਂ ਪੈਸੇ ਦੇ ਕੇ ਕਹਿੰਦੀ ਸੀ, ਜਾਓ ਖੇਡ ਆਓ, ਅਤੇ ਖੇਡ ਕੇ ਸ਼ਾਂਤ ਮਨ ਨਾਲ ਲਿਖਣ ਦਾ ਕਾਰਜ ਕਰੋ। ਇਵੇਂ ਪਤਨੀ ਨੇ ਦੋਸਤੋਵਸਕੀ ਦੀਆਂ ਕਈ ਅਧੂਰੀਆਂ ਅਤੇ ਛੱਡੀਆਂ ਰਚਨਾਵਾਂ ਇਸ ਜੁਗਤ ਨਾਲ ਮੁਕੰਮਲ ਕਰਵਾਈਆਂ ਸਨ। ਧੰਨਵਾਦ। ਲੋੜ। ਸਰੋਤੇ ਗਾਇਕ ਉਪਜਾਉਂਦੇ ਹਨ, ਦਰਸ਼ਕ ਅਦਾਕਾਰ ਸਿਰਜਦੇ ਹਨ, ਸੁਣਨ ਵਾਲੇ ਬੁਲਾਰੇ ਪੈਦਾ ਕਰਦੇ ਹਨ,
ਵਿਦਿਆਰਥੀ ਅਧਿਆਪਕਾਂ ਨੂੰ ਪ੍ਰਸਿੱਧ ਬਣਾਉਂਦੇ ਹਨ। ਬੱਚੇ ਮਾਪੇ ਸਿਰਜਦੇ ਹਨ। ਲਾਭ ਵਪਾਰ ਫੈਲਾਉਂਦਾ ਹੈ। ਪਰਜਾ ਬਾਦਸ਼ਾਹ ਸਿਰਜਦੀ ਹੈ। ਵੋਟਾਂ ਵਿੱਚੋਂ ਹਾਕਮ ਉਪਜਦੇ ਹਨ। ਡੇਰਿਆਂ ਵਿੱਚੋਂ ਸ਼ਰਧਾਲੂ ਅਤੇ ਸ਼ਰਧਾਲੂਆਂ ਵਿੱਚੋਂ ਗੁਰੂ ਉਪਜਦੇ ਹਨ। ਕਿਸੇ ਨੂੰ ਸਿਰਜਣ ਲਈ ਕਿਸੇ ਹੋਰ ਦੀ ਲੋੜ ਪੈਂਦੀ ਹੈ। ਧੰਨਵਾਦ। ਤਿੱਕੜੀ। ਸੁਕਰਾਤ ਦੀਆਂ ਆਪਣੀਆਂ ਲਿਖਤਾਂ ਕੋਈ ਨਹੀਂ। ਉਸਦਾ ਜੀਵਨ ਆਪਣੇ ਆਪ ਵਿੱਚ ਗ੍ਰੰਥ ਸੀ। ਸੁਕਰਾਤ ਨੂੰ ਪਲੈਟੋ ਮਿਲਿਆ, ਜਿਸ ਵਿੱਚ ਸੁਕਰਾਤ ਦੇ ਫਲਸਫੇ ਨੂੰ ਸਮਝਣ ਦੀ ਯੋਗਤਾ ਸੀ। ਪਲੈਟੋ ਕਵੀ ਸੀ। ਉਹਨੇ ਕਵਿਤਾ ਤਿਆਗ ਕੇ ਫਲਸਫਾ ਅਪਣਾ ਲਿਆ ਸੀ। ਸੁਕਰਾਤ ਵੱਲੋਂ ਜ਼ਹਿਰ ਦਾ ਪਿਆਲਾ ਪੀਣ ਸਮੇਂ ਪਲੈਟੋ 29 ਸਾਲਾਂ ਦਾ ਸੀ। ਸੁਕਰਾਤ ਨੇ ਆਪਣੇ 'ਤੇ ਲੱਗੇ ਦੋਸ਼ਾਂ ਸੰਬੰਧੀ ਮੁਕੱਦਮੇ ਦੀ ਕਾਰਵਾਈ ਵਿੱਚ 500 ਤੋਂ ਵੱਧ ਜੱਜਾਂ ਸਾਹਮਣੇ 1 ਘੰਟਾ ਬਿਆਨ ਦਿੱਤਾ ਸੀ, ਜਿਸ ਨੂੰ ਪਲੈਟੋ ਨੇ ਮਗਰੋਂ ਕਲਮਬੱਧ ਕੀਤਾ ਸੀ। ਇਹ ਪਲੈਟੋ ਦੀ ਪਹਿਲੀ ਲਿਖਤ ਸੀ। ਇਸ ਉਪਰੰਤ ਇਹ ਰੀਤ ਬਣ ਗਈ ਕਿ ਜਿਹੜਾ ਵੀ ਦਾਰਸ਼ਨਿਕ ਜਾਂ ਲੇਖਕ ਅਖਵਾਉਣਾ ਚਾਹੁੰਦਾ ਸੀ, ਉਸਨੇ ਸੁਕਰਾਤ ਦੇ ਬਿਆਨ ਨੂੰ ਮੌਲਿਕ ਢੰਗ ਨਾਲ ਆਪਣੇ ਸ਼ਬਦਾਂ ਵਿੱਚ ਲਿਖ ਕੇ ਵਿਖਾਉਣਾ ਹੁੰਦਾ ਸੀ। ਮਹਾਨ ਸੁਕਰਾਤ ਸੀ, ਪ੍ਰਸਿੱਧ ਪਲੈਟੋ ਹੋਇਆ। ਦੱਸਿਆ ਨਹੀਂ ਜਾ ਸਕਦਾ ਕਿ ਸੁਕਰਾਤ ਕਾਰਨ ਪਲੈਟੋ ਪ੍ਰਸਿੱਧ ਹੋਇਆ ਜਾਂ ਪਲੈਟੋ ਕਾਰਨ ਸੁਕਰਾਤ ਮਹਾਨ ਬਣਿਆ। ਅਰਸਤੂ ਪਲੈਟੋ ਦਾ ਵਿਦਿਆਰਥੀ ਰਿਹਾ ਸੀ, ਪਹਿਲਾ ਵਿਦਿਆਰਥੀ। ਪਲੈਟੋ ਸੁਕਰਾਤ ਦਾ ਵਿਸਥਾਰ ਸੀ ਅਤੇ ਅਰਸਤੂ ਪਲੈਟੋ ਦਾ ਫੈਲਾਓ ਸੀ। ਸੁਕਰਾਤ, ਪਲੈਟੋ ਅਤੇ ਅਰਸਤੂ ਦੀ ਤਿੱਕੜੀ ਨੇ ਸੰਸਾਰ ਵਿੱਚ ਗਿਆਨ ਦੇ ਖੇਤਰ ਵਿੱਚ ਯੂਨਾਨ ਦੀਆਂ ਧੁੰਮਾਂ ਪਾ ਦਿੱਤੀਆਂ, ਜਿਨ੍ਹਾਂ ਦੀ ਗੂੰਜ ਹੁਣ ਵੀ ਗਿਆਨ ਦੇ ਅਨੇਕਾਂ ਖੇਤਰਾਂ ਵਿੱਚ ਸੁਣਾਈ ਦਿੰਦੀ ਹੈ। ਇਸ ਤਿੱਕੜੀ ਦਾ ਚੌਥਾ ਪਾਵਾ ਸਿਕੰਦਰ ਸੀ। ਸਿਕੰਦਰ ਅਰਸਤੂ ਤੋਂ ਪੜ੍ਹਿਆ ਸੀ। ਸਿਕੰਦਰ ਸੰਸਾਰ ਵਿੱਚ ਪਹਿਲਾ ਸੀ ਜਿਸ ਦੇ ਨਾਂ ਨਾਲ ਮਹਾਨ ਜੁੜਿਆ। ਧੰਨਵਾਦ। ਵਿਅੰਗ। ਕਿਸੇ 'ਤੇ ਵਿਅੰਗ ਕਰੋਗੇ, ਹਾਸੋਹੀਣੀ ਹੋ ਜਾਓਗੇ। ਕਿਪਲਿੰਗ ਇੱਕ ਅੰਗਰੇਜ਼ੀ ਲੇਖਕ ਸੀ। ਉਹਦੀਆਂ ਰਚਨਾਵਾਂ ਸਮਾਚਾਰ ਪੱਤਰਾਂ ਵਿੱਚ ਲੜੀਵਾਰ ਛਪਦੀਆਂ ਸਨ, ਜਿਸ ਕਾਰਨ ਉਹ ਪ੍ਰਸਿੱਧ ਸੀ। ਉਸਨੂੰ ਹਰੇਕ ਸ਼ਬਦ ਦਾ 1 ਸ਼ਿਲਿੰਗ ਮਿਲਦਾ ਸੀ। ਕਿਸੇ ਹੋਰ ਲੇਖਕ ਨੇ ਉਸ 'ਤੇ ਵਿਅੰਗ ਕਰਦਿਆਂ ਉਸਨੂੰ 1 ਸ਼ਿਲਿੰਗ ਭੇਜਦਿਆਂ ਲਿਖਿਆ, 1 ਸ਼ਬਦ ਲਿਖ ਦੇਣਾ। ਕਿਪਲਿੰਗ ਨੇ ਸਤਿਕਾਰ ਭਰਿਆ ਜਵਾਬ ਦਿੰਦਿਆਂ 1 ਸ਼ਬਦ ਲਿਖਿਆ, ਧੰਨਵਾਦ। ਚਿੱਠੀ। ਹੁਣ ਚਿੱਠੀਆਂ ਲਿਖਣ ਦਾ ਰਿਵਾਜ਼ ਨਹੀਂ ਰਿਹਾ, ਜਿਸ ਕਾਰਨ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਤਸੱਲੀ ਘਟ ਗਈ ਹੈ। ਪਤਾ ਨਹੀਂ ਲੱਗ ਰਿਹਾ ਕਿ ਪਹਿਲਾਂ ਕਿਹੜੀ ਗੱਲ ਵਾਪਰੀ ਹੈ। ਚਿੱਠੀ ਆਉਂਦੀ ਸੀ, ਸਾਰਾ ਪਰਿਵਾਰ ਪੜ੍ਹਦਾ ਸੀ। ਚਿੱਠੀ ਪੜ੍ਹੀ ਹੀ ਬੋਲ ਕੇ ਜਾਂਦੀ ਸੀ। ਪਰਿਵਾਰ ਦੇ ਹਰ ਜੀਅ ਦਾ ਵੇਰਵਾ ਅਤੇ ਹਵਾਲਾ ਹੁੰਦਾ ਸੀ। ਚਿੱਠੀ ਧਿਆਨ ਅਤੇ ਮੋਹ ਨਾਲ ਲਿਖੀ ਜਾਂਦੀ ਸੀ। ਸਨੇਹ ਅਤੇ ਸਲੀਕੇ ਨਾਲ ਖੋਲ੍ਹੀ ਪੜ੍ਹੀ ਜਾਂਦੀ ਸੀ। ਹੁਣ ਕਿਸੇ ਨੂੰ ਚਿੱਠੀ ਲਿਖਣੀ ਨਹੀਂ ਆਉਂਦੀ। ਧੰਨਵਾਦ। ਉਪਮਾ ਅਤੇ ਰੂਪਕ। ਜਦੋਂ ਕੋਈ ਗੱਲ ਕਹਿਣੀ ਹੋਵੇ ਤਾਂ ਉਪਮਾ ਅਤੇ ਰੂਪਕ ਨਾਲ ਉਹ ਗੱਲ ਸਮਝਣੀ ਸਮਝਾਉਣੀ ਸੌਖੀ ਹੁੰਦੀ ਹੈ। ਜਿਵੇਂ ਉਹਦੀ ਸਿਹਤ ਪੁਰਾਣੀ ਹਵੇਲੀ ਵਾਂਗ ਖਸਤਾ ਸੀ। ਸੁਕਰਾਤ ਸੂਰਜ ਵਾਂਗ ਸਾਰੇ ਸੰਸਾਰ ਦਾ ਸਾਂਝਾ ਹੈ। ਸਾਰੇ ਚਲੇ ਗਏ ਸਨ, ਘਰ ਸ਼ਮਸ਼ਾਨ ਘਾਟ ਵਾਂਗ ਸੁੰਨਾ ਸੀ। ਤਾਰਿਆਂ ਵਾਂਗ ਪੁਰਾਣਾ, ਚੰਨ ਚਾਨਣੀ ਵਰਗਾ ਸੂਖਮ, ਰਾਵਣ ਦੇ ਹਾਸੇ ਵਾਂਗ ਭਿਆਨਕ, ਮੌਤ ਵਾਂਗ ਜ਼ਿੱਦੀ, ਪਾਣੀ ਵਿੱਚ ਮੱਛਲੀ ਵਾਂਗ ਸੌਖਾ, ਤਾਜ਼ੇ ਮੱਖਣ ਵਾਂਗ ਨਰਮ, ਬੱਚੇ ਵਾਂਗ ਭੋਲਾ ਆਦਿ। ਧੰਨਵਾਦ। ਲੋਕ ਤੇ ਤੁਸੀਂ। ਤੁਹਾਨੂੰ ਕਿਹੜੇ ਲੋਕ ਚੰਗੇ ਲੱਗਦੇ ਹਨ? ਵਿਰੋਧ ਕਰਨ ਵਾਲੇ ਜਾਂ ਈਨ ਮੰਨਣ ਵਾਲੇ, ਜਾਂ ਉਹ ਜਿਹੜੇ ਨਾ ਵਿਰੋਧ ਕਰਦੇ ਹਨ ਨਾ ਈਨ ਮੰਨਦੇ ਹਨ, ਆਪਣੀ ਚਾਲ ਚੱਲਦੇ ਹਨ? ਜਿਹੋ ਜਿਹੇ ਲੋਕ ਤੁਹਾਨੂੰ ਚੰਗੇ ਲੱਗਦੇ ਹਨ, ਤੁਸੀਂ ਵੀ ਅਕਸਰ ਉਹੋ ਜਿਹੇ ਬਣ ਜਾਓਗੇ। ਧੰਨਵਾਦ। ਖਿਡਾਰੀ ਭਾਵਨਾ। ਇੱਕ ਖਿਡਾਰੀ ਨੂੰ ਚੈਂਪੀਅਨ ਬਣਨ 'ਤੇ ਪ੍ਰਸ਼ੰਸਕਾਂ ਦੀਆਂ ਇੰਨੀਆਂ ਚਿੱਠੀਆਂ ਆਈਆਂ
ਕਿ ਡਾਕਖਾਨੇ ਦੇ ਅਮਲੇ ਨੇ ਉਹਨਾਂ ਨੂੰ ਇੱਕ ਵੱਡੇ ਡੱਬੇ 'ਚ ਪਾ ਕੇ ਤੋਹਫੇ ਵਜੋਂ ਭੇਟ ਕੀਤੀਆਂ ਸਨ। ਇਹ ਡਾਕਖਾਨੇ ਦੇ ਅਮਲੇ ਦੀ ਖਿਡਾਰੀ ਭਾਵਨਾ ਸੀ। ਧੰਨਵਾਦ। ਮਿਹਨਤ। ਪ੍ਰਸਿੱਧ ਹੋਣ ਵਾਲੇ ਐਵੇਂ ਪ੍ਰਸਿੱਧ ਨਹੀਂ ਹੋ ਜਾਂਦੇ। ਪਲੈਟੋ ਨੇ ਆਪਣੀ ਵਿਸ਼ਵ ਪ੍ਰਸਿੱਧ ਪੁਸਤਕ ਰਿਪਬਲਿਕ ਦੇ ਪਹਿਲੇ ਪੈਰੇ ਨੂੰ 70 ਨਾਲੋਂ ਵੱਧ ਵੱਖ-ਵੱਖ ਢੰਗਾਂ ਨਾਲ ਲਿਖਿਆ ਸੀ। ਧੰਨਵਾਦ। ਇਸਤਰੀਆਂ। 9ਵੀਂ ਸਦੀ ਦੇ ਅੱਧ ਤੱਕ ਈਸਾਈ ਧਰਮ ਵਿੱਚ ਇਸਤਰੀਆਂ 'ਚ ਆਤਮਾ ਦਾ ਹੋਣਾ ਸਵੀਕਾਰ ਨਹੀਂ ਸੀ ਕੀਤਾ ਜਾਂਦਾ। ਇਸਤਰੀਆਂ ਨੂੰ ਸੋਹਣੇ ਪਸ਼ੂ ਕਿਹਾ ਜਾਂਦਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਇਸਤਰੀਆਂ ਨੂੰ ਨੇਕੀ ਬਦੀ, ਪੁੰਨ ਪਾਪ, ਚੰਗੇ ਮਾੜੇ ਦੀ ਸੋਝੀ ਨਹੀਂ ਹੁੰਦੀ। ਜਦੋਂ ਇਸਤਰੀਆਂ ਨੇ ਅੱਗੇ ਹੋ ਕੇ ਈਸਾਈ ਧਰਮ ਦਾ ਪ੍ਰਚਾਰ ਕੀਤਾ ਤਾਂ ਉਹਨਾਂ ਬਾਰੇ ਈਸਾਈ ਧਰਮ ਦਾ ਦ੍ਰਿਸ਼ਟੀਕੋਣ ਬਦਲਿਆ ਅਤੇ ਉਹਨਾਂ ਵਿੱਚ ਵੀ ਆਤਮਾ ਹੋਣ ਦੀ ਗੱਲ ਸਵੀਕਾਰ ਕੀਤੀ ਗਈ। ਸਾਰੇ ਧਰਮ ਚਲਾਏ ਪੁਰਸ਼ਾਂ ਨੇ ਹਨ, ਪਰ ਉਹ ਪ੍ਰਚਾਰੇ ਅਤੇ ਪ੍ਰਸਾਰੇ ਇਸਤਰੀਆਂ ਨੇ ਹਨ। ਧੰਨਵਾਦ।